7770113 ਤੇ ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਨੀਵਰਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸੇ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 25 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਕਈ ਅਹਿਮ ਖਬਰਾਂ ਦਾ ਰੁਖ ਕਰਨ ਤੋਂ ਪਹਿਲਾਂ ਇੱਕ ਜਿਹੜੀ ਖਾਸ ਜਾਣਕਾਰੀ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਚੱਲੀਏ ਕਿ ਅੱਜ ਇੱਕ ਵਾਰ ਫਿਰ ਮੌਸਮ ਨੇ ਕਰਵਟ ਲਈ ਹੈ। ਫ੍ਰਿਜ਼ਨੋ ਦੀਆਂ ਸੜਕਾਂ ਤੇ ਆਸ-ਪਾਸ ਦੇ ਇਲਾਕਿਆਂ ਦੇ ਸੜਕਾਂ ਦੇ ਉੱਤੇ ਧੁੰਦ ਬਹੁਤ ਆ, ਵਿਜ਼ੀਬਿਲਿਟੀ ਬਹੁਤ ਘੱਟ ਆ। ਜੇਕਰ ਤੁਸੀਂ ਘਰੋਂ ਨਿਕਲਣਾ ਕਿਸੇ ਖਾਸ ਕੰਮ ਦੇ ਲਈ ਜਾਂ ਆਪਣੇ ਕੰਮਾਂ ਕਾਰਾਂ ਦੀਆਂ ਥਾਵਾਂ ਤੇ ਜਾਣਾ ਤਾਂ ਸਮਾਂ ਵੱਧ ਲੈ ਕੇ ਚੱਲੋ। ਕਾਹਲੀ ਦੇ ਵਿੱਚ ਕਿਸੇ ਹੋਰ ਦੀ ਜਾਨ ਜਾਂ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਨਾ ਪਾਓ। ਆਪਣੇ ਵਹੀਕਲ ਨੂੰ ਇੰਸਪੈਕਟ ਜ਼ਰੂਰ ਕਰ ਲਓ, ਇੰਸਪੈਕਸ਼ਨ ਜ਼ਰੂਰ ਕਰ ਲਓ ਉਹਦੀ, ਕਾਰ ਦੀ ਜੋ ਵੀ ਚੀਜ਼ ਤੁਸੀਂ ਵਰਤਦੇ ਆ। ਤੇ ਸੜਕ ਤੇ ਨਿਕਲਣ ਤੋਂ ਪਹਿਲਾਂ ਉਹਦੀਆਂ ਲਾਈਟਾਂ, ਉਹਦੇ ਹੋਰ ਜਿਹੜਾ ਸਮਾਨ ਆ ਉਹਨੂੰ ਚੈੱਕ ਕਰਕੇ ਨਿਕਲੋ। ਵੱਧ ਸਮਾਂ ਲੈ ਕੇ ਨਿਕਲੋ। ਆਪ ਸੁਰੱਖਿਅਤ ਰਹੋ ਤੇ ਲੋਕਾਂ ਨੂੰ ਸੁਰੱਖਿਅਤ ਜ਼ਰੂਰ ਰੱਖੋ ਤੇ ਇੱਕ ਜ਼ਿੰਮੇਵਾਰ ਨਾਗਰਿਕ ਦਾ ਜਿਹੜਾ ਫਰਜ਼ ਬਣਦਾ ਉਹਨੂੰ ਅਦਾ ਕਰਨ ਦੇ ਵਿੱਚ ਆਪਣਾ ਬਣਦਾ ਸਰਦਾ ਯੋਗਦਾਨ ਪਾਓ। ਮਿੰਟੂ ਜੀ, ਖਬਰਾਂ ਦਾ ਰੁਖ ਕਰੀਏ ਤੇ ਸ਼ੁਰੂਆਤ ਕਰੀਏ ਪੰਥਕ ਖਬਰਾਂ ਤੋਂ। ਧਾਮੀ ਸਾਹਿਬ ਨੂੰ ਧਾਰਮਿਕ ਸਜ਼ਾ ਲੱਗੀ ਹੈ ਜੀ। ਜੀ ਦੇਖੋ, ਇਹ ਤਾਂ ਤੁਹਾਨੂੰ ਪਤਾ ਹੀ ਆ ਕਿ ਪਿਛਲੇ ਕੁਝ ਦਿਨਾਂ ਤੋਂ ਇੱਕ ਵਿਵਾਦ ਚੱਲ ਰਿਹਾ ਸੀਗਾ ਲਗਾਤਾਰ। ਉਹ ਵਿਵਾਦ ਸੀਗਾ ਜੋ ਅਪਸ਼ਬਦ ਬੋਲੇ ਗਏ ਸਨ ਧਾਮੀ ਸਾਹਿਬ ਬਣੀ ਜੀ। ਤਾਂ ਉਹਦੇ 'ਚ ਇਹ ਤੇ ਗੱਲ ਇਹ ਆ ਕਿ ਜਦੋਂ ਇਹ ਸਾਰੀ ਆਡੀਓ ਵਾਇਰਲ ਹੋ ਗਈ ਉਸ ਤੋਂ ਬਾਅਦ ਇਹਨਾਂ ਨੇ ਉਸ ਚੀਜ਼ ਦੀ ਕਹਿ ਲਓ ਕਿ ਜਾ ਕੇ ਖਿਮਾ ਯਾਚਨਾ ਵੀ ਕੀਤੀ, ਸਭ ਕੁਝ ਹੋ ਗਿਆ। ਪਰ ਪਹਿਲੀ ਗੱਲ ਤੇ ਇਹ ਆ ਕਿ ਮੈਂ ਹੈਰਾਨ ਸਾਂ, ਮੈਂ ਅੱਗੇ ਵੀ ਬੜੇ ਵਾਰੀ ਇਹ ਗੱਲ ਕਹੀ ਆ ਕਿ ਜਿਸ ਰਿਪੋਰਟਰ ਨੇ ਇਹਨਾਂ ਨੂੰ ਕਾਲ ਕੀਤੀ ਸੀਗੀ ਉਹ ਰਿਪੋਰਟਰ ਉਸ ਅਖਬਾਰ ਦਾ ਰਿਪੋਰਟਰ ਸੀ ਜਿਸ ਅਖਬਾਰ ਦੇ ਮਾਲਕ ਨੂੰ ਇਹਨਾਂ ਨੇ ਛੇਕਿਆ ਹੋਇਆ, ਜੋ ਚੁਣ ਕੇ ਇਹਨਾਂ ਦੇ ਖਿਲਾਫ ਸਟੋਰੀਆਂ ਕਰਦਾ ਹੈ ਔਰ ਕਹਿ ਕੇ ਪੱਤਰਕਾਰਾਂ ਤੋਂ ਸਟੋਰੀਆਂ ਕਰਵਾਉਂਦਾ ਹੈ ਜੀ। ਇਸ ਤੋਂ ਇਲਾਵਾ ਵੱਡੀ ਗੱਲ ਇਹ ਆ ਕਿ ਜਿਹੜਾ ਅਖਬਾਰ ਜਥੇਦਾਰਾਂ ਨੂੰ ਲਿਖਦਾ ਹੀ ਮਤਲਬ ਕਿ ਕੁਛ ਨਹੀਂ ਸੀ, ਉਹਨਾਂ ਨੂੰ ਪੁਜਾਰੀ ਸ਼ਬਦ ਕਹਿ ਕੇ ਸੰਬੋਧਨ ਕਰਦਾ ਸੀ, ਅੱਜ ਕੱਲ ਉਹ ਜਥੇਦਾਰਾਂ ਦੀ ਹਮਾਇਤ ਤੇ ਉਤਰਿਆ ਤੇ ਉਸ ਰਿਪੋਰਟਰ ਦਾ ਨਾਂ ਨਹੀਂ ਪੁੱਛਿਆ, ਲੈਣਾ ਨਹੀਂ ਦੇਣਾ ਨਹੀਂ, ਅਖਬਾਰ ਨਹੀਂ ਪੁੱਛਿਆ। ਤੁਸੀਂ ਜਦੋਂ ਵਰਸ਼ਨ ਦੇਣਾ ਸਟਾਰਟ ਕੀਤਾ ਤੇ ਇਸ ਤਰ੍ਹਾਂ ਬੋਲੇ ਤੇ ਉਹਨਾਂ ਤੋਂ ਕਿਸ ਤਰ੍ਹਾਂ ਦੀ ਰਾਇਤ ਦੀ ਗੁੰਜਾਇਸ਼ ਕਰਦੇ ਹੋਗੇ ਤੁਸੀਂ? ਸਹੀ ਸੀ। ਤੇ ਤੁਹਾਨੂੰ ਇਹਨਾਂ ਵੀ ਨਹੀਂ ਪਤਾ ਲੱਗਿਆ ਕਿ ਕਿਸ ਨੂੰ ਵਰਸ਼ਨ ਦੇਣਾ ਔਰ ਕਿਸ ਤਰ੍ਹਾਂ ਵਰਸ਼ਨ ਦੇਣਾ। ਤਾਂ ਮਤਲਬ ਕਿ ਇਹ ਇਹਨਾਂ ਦਾ ਕਾਲਾਪਣ ਜਿਹੜਾ ਉਹ ਸਾਫ਼ ਤੌਰ ਤੇ ਬਾਹਰ ਆ ਗਿਆ। ਉਹ ਰਿਕਾਰਡਿੰਗ ਹੋ ਗਈ ਤੇ ਉਹ ਰਿਕਾਰਡਿੰਗ ਫਿਰ ਤੁਹਾਨੂੰ ਪਤਾ ਹੀ ਹੈ ਜਦੋਂ ਵਾਇਰਲ ਹੋਈ ਉਸ ਤੋਂ ਬਾਅਦ ਤੇ ਰੌਲਾ ਜਿਹੜਾ ਉਹ ਬਹੁਤ ਜ਼ਿਆਦਾ ਪਿਆ। ਹੁਣ ਇਸ ਮਾਮਲੇ ਦੇ ਵਿੱਚ ਅਗਾਂਹ ਜਾ ਕੇ ਇਹ ਹੋਇਆ ਕਿ ਅੱਜ ਇਹ ਪੰਜ ਪਿਆਰਿਆਂ ਦੇ ਸਨਮੁਖ ਪੇਸ਼ ਹੋਏ। ਉਸ ਤੋਂ ਬਾਅਦ ਇਹਨਾਂ ਨੂੰ ਧਾਰਮਿਕ ਤੌਰ ਤੇ ਫਿਰ ਸਜ਼ਾ ਲੱਗ ਗਈ, ਤਨਖਾਹ ਲੱਗ ਗਈ। ਵੈਸੇ ਕਮਾਲ ਦੀ ਗੱਲ ਹੈ ਕਿ ਕੁਝ ਦਿਨ ਪਹਿਲਾਂ ਵੀ ਇਹ ਇਸੇ ਤਰ੍ਹਾਂ ਹੀ ਕਟਹਿਰੇ 'ਚ ਖਲੋਤੇ ਸਨ ਬਤੌਰ SGPC ਪ੍ਰਧਾਨ ਤੇ ਅੱਜ ਫੇਰ ਖਲੋ ਗਏ। ਹੁਣ ਹੋਇਆ ਕੀ ਆ ਕਿ ਇਹ ਜਿਹੜੀ ਧਾਰਮਿਕ ਤੌਰ ਤੇ ਸਜ਼ਾ ਇਹਨਾਂ ਨੇ ਭੁਗਤੀ ਉਹਦੇ ਤੇ ਵੀ ਕੁਝ ਵਿਦਵਾਨ ਜਿਹੜੇ ਸਿੱਖ ਪੰਥ ਦੇ ਮਾਮਲਿਆਂ ਨੂੰ ਸਮਝਦੇ ਉਹਨਾਂ ਨੇ ਵੀ ਸਵਾਲ ਖੜੇ ਕਰਨੇ ਸਟਾਰਟ ਕਰਤੇ ਕਿ ਗਿਆਨੀ ਹਰਪ੍ਰੀਤ ਸਿੰਘ ਵੀ ਤੇ ਇਸੇ ਤਰ੍ਹਾਂ ਆਪਣੇ ਦੋਸ਼ਾਂ ਦੇ ਤਹਿਤ ਪੰਜ ਪਿਆਰਿਆਂ ਦੇ ਸਨਮੁਖ ਪੇਸ਼ ਹੋ ਗਏ ਸਨ, ਫਿਰ ਉਹਨਾਂ ਦੀ ਇੱਕ ਕਮੇਟੀ ਵੱਖਰੇ ਤੌਰ ਤੇ ਕਿਉਂ ਬਣ ਗਈ? ਤੇ ਇਸੇ ਤਰ੍ਹਾਂ ਹੀ ਜੇ ਤੁਸੀਂ ਵੇਖੋਗੇ ਤਾਂ ਇਸ ਸਾਰੇ ਪ੍ਰਕਰਣ ਦਾ ਇੱਕ ਅਹਿਮ ਪਹਿਲੂ, ਅਹਿਮ ਮੌਜੂ ਇਹ ਵੀ ਹੈ ਸਾਹਿਬ, ਦੋ ਮੀਟਿੰਗਾਂ ਦਾ ਬਹੁਤ ਜ਼ਿਕਰ ਆਉਂਦਾ। ਇੱਕ ਜੋ ਅਕਾਲੀ ਨੇਤਾਵਾਂ ਦੇ ਨਾਲ ਗਿਆਨੀ ਰਘਵੀਰ ਸਿੰਘ ਹੋਰਾਂ ਦੀ ਹੋਈ ਤੇ ਇੱਕ ਜਿਹੜੀ ਬੀਤੇ ਦਿਨੀ ਧਾਮੀ ਸਾਹਿਬ ਹੋਰਾਂ ਦੀ ਉਹਨਾਂ ਦੀ ਰਿਹਾਇਸ਼ ਵਿਖੇ ਜਾ ਕੇ ਹੋਈ ਆ। ਤਾਂ ਕਿਵੇਂ ਆਪਾਂ ਕਹਿ ਸਕਦੇ ਹਾਂ ਕਿ ਇਹ ਜੋ ਅੱਜ ਸਾਰਾ ਮਤਲਬ ਕਿ ਸਾਡੇ ਸਾਹਮਣੇ ਦ੍ਰਿਸ਼ਟਾਂਤ ਆਇਆ, ਅਚਨਚੇਤੀ ਆਇਆ, ਕੋਈ ਕਿਆਸ ਨਹੀਂ ਸੀ, ਕੋਈ ਸੰਭਾਵਨਾ ਨਹੀਂ ਸੀ, ਕੋਈ ਇਸ ਤਰ੍ਹਾਂ ਦੀ ਸੂਚਨਾ ਨਹੀਂ ਸੀ। ਤਾਂ ਇਹ ਸਾਰਾ ਕੁਝ ਜੇ ਹੋਇਆ ਤੇ ਕੀ ਹਾਲੇ ਵੀ, ਮੈਂ ਵਾਰ-ਵਾਰ ਕਹਿੰਦਾ ਕਿ ਹਾਲੇ ਵੀ ਅਕਾਲੀ ਇਹਨਾਂ ਚੀਜ਼ਾਂ ਤੋਂ ਜਾਂ SGPC ਇਹਨਾਂ ਚੀਜ਼ਾਂ ਤੋਂ ਜਾਣੂ ਨਹੀਂ ਹੈ ਕਿ ਲੋਕ ਸਾਰੀਆਂ ਚੀਜ਼ਾਂ ਨੂੰ ਸਮਝ ਲੈਂਦੇ ਆ, ਹੱਸ ਲੈਂਦੇ ਆ। ਮਤਲਬ ਤੁਸੀਂ ਇਹਨਾਂ ਚੀਜ਼ਾਂ ਨੂੰ ਜੋੜੋ ਨਾ ਕਿ ਮੀਟਿੰਗਾਂ ਔਰ ਮੀਟਿੰਗਾਂ ਤੋਂ ਬਾਅਦ ਇਹ ਸਭ ਕੁਝ। ਤਾਂ ਹੁਣ ਅੰਤਰਿੰਗ ਕਮੇਟੀ ਦੀ ਵੀ ਮੀਟਿੰਗ ਸੱਦੀ ਹੋਈ ਹੈ ਇਹਨਾਂ ਨੇ ਸ਼ਾਇਦ, ਤੇ ਉਹ ਜਿਹੜੀ ਮੋਹਲਤ ਸੀਗੀ 2 ਤਰੀਕ ਤੋਂ, ਚਲੋ 20 ਦਿਨ ਦੀ ਵੀ ਮੰਨ ਲਓ, 22 ਤਰੀਕ ਦੀ, ਤੇ ਹੁਣ ਕਹਿੰਦੇ ਆ ਜੀ ਸ਼ਹੀਦੀ ਦਿਹਾੜੇ ਚੱਲਦੇ ਆ ਤੇ ਆਦੇਸ਼ ਦੇਣ ਲੱਗਿਆ ਚਲੋ ਤੁਸੀਂ ਕਹਿ ਦਿੱਤਾ ਕਿ 3 ਦਿਨ ਦਾ ਸਮਾਂ, ਜਦ ਮੋਹਲਤ ਦਿੱਤੀ 3 ਦਿਨ ਤੋਂ ਮਤਲਬ ਕਿ ਤੁਸੀਂ ਕਹਿ ਲਓ 2 ਤੋਂ 3 ਦੀ ਉਹ ਹੋ ਗਈ, 5 ਤੇ 5 ਤੋਂ ਫੇਰ ਤੁਸੀਂ ਦਿੱਤੀ 20 ਦਿਨ ਦੀ ਮੋਹਲਤ, ਤੇ ਤਦ ਨਹੀਂ ਤੁਹਾਨੂੰ ਪਤਾ ਲੱਗਾ ਕਿ 25 ਤਰੀਕ ਵਿੱਚ ਆ ਜਾਣੀ ਆ।
ਤਾਂ ਮੁੱਲ ਤਾਂ ਦੇਣ ਵਾਲੇ ਫਿਰ ਕੀ ਇੰਨੇ ਸਿਆਣੇ ਆ। ਸਹੀ ਸੀ, ਬਿਲਕੁਲ। ਸੋ ਇਸ ਕਰਕੇ ਸਾਨੂੰ ਤੇ ਸਮਝ ਨਹੀਂ ਲੱਗਦੀ ਪਈ ਸਭ ਕੀ ਚੱਲਦਾ ਪਿਆ, ਕੀ ਹੋ ਰਿਹਾ ਹੈ। ਹੂੰ, ਕੁਝ ਵੀ ਮਤਲਬ ਕਿ ਕਿਆਸ ਲੱਗਦਾ ਹੀ ਨਹੀਂ ਹੈ, ਉਹ ਉਹਦੇ ਤੋਂ ਉਲਟ ਜਾਂਦਾ ਹੈ। ਸੋ ਧਾਮੀ ਸਾਹਿਬ ਹੋਰਾਂ ਨੇ ਬੇਸ਼ੱਕ ਚਲੋ ਧਾਰਮਿਕ ਤੌਰ ਤੇ ਆਪਣੀ ਜਿਹੜੀ ਸਜ਼ਾ ਪੂਰੀ ਕੀਤੀ ਆ, ਮੈਂ ਇਹਦੇ ਤੇ ਕੋਈ ਟੀਕਾ ਟਿੱਪਣੀ ਨਹੀਂ ਕਰਾਂਗਾ, ਜੀ, ਜੀ। ਪਰੰਤੂ ਇਹ ਤੁਸੀਂ ਵੇਖੋ ਕਿ ਉਸ ਤੋਂ ਪਹਿਲਾਂ ਜੋ ਕੁਝ ਵਾਪਰਦਾ ਹੈ ਉਹ, ਅਤੇ ਇਸ ਤੋਂ ਇਲਾਵਾ ਇੱਕ ਚੀਜ਼ ਤੇ ਸਪਸ਼ਟ ਹੈ ਕਿ ਜਿਹੜੇ ਲੋਕ ਬੀਬੇ ਆ, ਦਾੜੀਆਂ ਜਿਨ੍ਹਾਂ ਦੀਆਂ ਬੀਬੀਆਂ ਬਾਈ ਚਿੱਟੇ ਦਾੜੇ ਵਾਲੇ ਆ, ਸਿਆਣੇ ਆ, ਪੜ੍ਹੇ ਲਿਖੇ ਆ, ਉਮਰ ਦਰਾਜ਼ ਆ, ਉੱਚੀਆਂ ਪਦਵੀਆਂ ਤੇ ਬੈਠੇ ਆ, ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਵਿੱਚ ਰੱਖ ਲਓ, ਉਹਨਾਂ ਦੀਆਂ ਵੀ ਕਲਿੱਪਾਂ ਤੇ ਉਹਨਾਂ ਦਾ ਲਹਿਜ਼ਾ, ਉਹਨਾਂ ਦਾ ਵੀ ਸਾਰਾ ਕੁਝ ਵਿੱਚੇ ਸਾਹਮਣੇ ਆ ਜਾਂਦਾ। ਹੁਣ ਜੋ ਮਰਜ਼ੀ ਬੋਲੀ ਜਾਣ, ਉਹ ਤਾਂ ਕਹਿੰਦੇ ਜੀ ਸਾਲਿਓ ਤੇ ਸਾਡੇ ਮਾਲਵੇ ਚ ਆਮ ਕਹਿੰਦੇ, ਮਾਲਵੇ ਦੇ ਵਿੱਚ ਤੇ ਇੱਕ ਹੋਰ ਬੜੀ ਗੰਦੀ ਗੱਲ ਕਹਿੰਦੇ ਆਮ ਹੀ ਦੇਣਿਆ ਕਹਿੰਦੇ ਨਾਲ, ਹੁਣ ਤੁਹਾਨੂੰ ਦੱਸਣ ਦੀ ਲੋੜ ਨਹੀਂ, ਅੱਗੇ ਕੀ ਕਹਿੰਦੇ, ਅੱਗੇ ਕੀ ਲਾਉਂਦੇ ਹੁੰਦੇ ਦੇਣਿਆ, ਠੀਕ ਹੈ ਨਾ ਜੀ। ਤਾਂ ਫਿਰ ਅਸੀਂ ਇਹਨਾਂ ਚੀਜ਼ਾਂ ਨੂੰ ਕੀ ਮਾਨਤਾ ਦੇ ਦਈਏ। ਜੀ ਜੀ। ਤਾਂ ਕਹਿਣ ਦਾ ਮਤਲਬ ਇਹ ਕਿ ਇਹ ਜੋ ਬੀਬੇ ਲੋਕ ਆ, ਇਹ ਲੋਕ ਜਿਸ ਤਰ੍ਹਾਂ ਇਹ ਅੰਦਰੋਂ ਕਾਲੇ ਪੈਂਦੇ ਆ, ਅੰਦਰੋਂ ਜਿਸ ਤਰ੍ਹਾਂ ਇਹ ਭਰੇ ਪੀਤੇ ਆ, ਇਹਨਾਂ ਚੀਜ਼ਾਂ ਦੀ ਮਿਸਾਲ ਇਹਨਾਂ ਦਿਨਾਂ 'ਚ ਇਹਨਾਂ ਦੀ ਹੀ ਜੋ ਕਾਰਕਰਦਗੀ ਉਹ ਦਿਖਾ ਰਹੀ ਹੈ। ਜੀ ਬਿਲਕੁਲ ਬਿਲਕੁਲ। ਮੈਨੂੰ ਜੀ ਇਹ ਵੀ ਹੈ ਨਾ, ਇੱਥੋਂ ਇਹ ਵੀ ਪਤਾ ਲੱਗਦਾ ਵੀ ਜਿਹੜੇ ਕੁਛ ਕੁ ਜਿਨ੍ਹਾਂ ਦੇ ਮੰਨ ਲਓ ਇੰਟਰਸਟ ਕਹਿ ਲਓ ਜਾਂ ਦਿਲਚਸਪੀਆਂ ਕਹਿ ਲਓ, ਉਹ ਹੋਰ ਤਰ੍ਹਾਂ ਦੀਆਂ, ਜਿਹੜੀ ਜਿਵੇਂ ਤੁਸੀਂ ਮੀਡੀਆ ਦਾ ਜ਼ਿਕਰ ਕੀਤਾ, ਇੱਥੇ ਵੀ ਪਤਾ ਲੱਗਦਾ ਮਿੰਟੂ ਜੀ ਵੀ ਜਦੋਂ ਮੀਡੀਆ ਵਾਲੇ ਵੀ ਜਿਹੜੇ ਸੱਜਣ ਨੇ, ਉਹ ਵੀ ਜਦੋਂ ਫਿਰ ਕਿਸੇ ਨੂੰ ਟਾਰਗੇਟ ਕਰਨਾ ਹੋਵੇ, ਫਿਰ ਉਸ ਤਰੀਕੇ ਨਾਲ ਹੀ ਉਹਨੂੰ ਗੱਲ ਪੁੱਛਦੇ ਨੇ, ਜਾਂ ਉਸ ਤਰੀਕੇ ਨਾਲ ਹੀ ਫਿਰ ਗੱਲ ਗਾਂਹ ਵਧਾਉਂਦੇ ਨੇ, ਵੀ ਗੱਲ ਫਿਰ ਬੋਚਣੀ ਔਖੀ ਹੋ ਜਾਂਦੀ ਹੈ। ਦੇਖੋ ਮੀਡੀਆ, ਚਲੋ ਮੀਡੀਆ ਦਾ ਕੰਮ ਕੀ ਹੈ ਕਿ ਮੀਡੀਆ ਆਪਦੇ ਢੰਗ ਨਾਲ ਵੀ ਕੰਮ ਕਰਦਾ, ਨਿਰਪੱਖ ਵੀ ਕੰਮ ਕਰਦਾ ਸਰ, ਤੇ ਮੀਡੀਆ ਏਜੰਡਾ ਆਧਾਰਿਤ। ਇੱਥੇ ਯੂਐਸ 'ਚ ਕਿਹੜਾ ਏਜੰਡਾ ਆਧਾਰਿਤ ਮੀਡੀਆ ਨਹੀਂ ਹੈਗਾ, ਇੱਥੇ ਤਾਂ ਇੰਟਰਨੈਸ਼ਨਲ ਏਜੰਡਾ ਚੱਲਦਾ ਹੈ ਜੀ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਤੁਹਾਨੂੰ ਪਤਾ ਸਪਸ਼ਟ ਤੌਰ ਤੇ ਤੁਹਾਡੇ ਸਾਹਮਣੇ ਵਿਰੋਧੀ ਖੇਮਾ ਖਲੋਤਾ ਹੈ, ਤੁਸੀਂ ਉਸ ਤੋਂ ਮਤਲਬ ਕਿ ਬਚ ਨਹੀਂ ਪਾ ਰਹੇ, ਤੁਸੀਂ ਉਲਟਾ ਆਪਣੀ ਕਮਜ਼ੋਰੀ ਜਿਹੜੀ ਉਜਾਗਰ ਕਰ ਰਹੇ ਹੋ, ਤਾਂ ਫਿਰ ਸਿਆਣਪ ਤੁਹਾਡੀ ਨਹੀਂ, ਸਿਆਣਪ ਤਾਂ ਅਗਲੇ ਦੀ ਹੈ ਜਿਹਨੇ ਤੁਹਾਨੂੰ ਉਸ ਥਾਂ ਤੇ ਲਿਆਂਦਾ, ਫਸਾ ਦਿੱਤਾ। ਜਿੱਤ ਤਾਂ ਉਹਦੀ ਹੋਈ ਨਾ ਸਾਹਿਬ ਜੀ। ਇਸ ਕਰਕੇ ਮੀਡੀਆ ਨੇ ਆਪਣਾ ਰੋਲ ਅਦਾ ਕਰਨਾ। ਮੀਡੀਆ ਵੱਖੋ ਵੱਖਰੀ ਕਿਸਮ ਦਾ ਸਰ, ਮੀਡੀਆ ਤੋਂ ਹੁਣ ਫਰਕ ਹੀ ਨਹੀਂ ਮਿਟ ਗਿਆ। ਉਹ ਤੇ ਸਾਨੂੰ ਲੋਕ ਪੁੱਛਦੇ ਨੇ ਕਿ ਜੀ ਪੱਤਰਕਾਰਤਾ ਹੁੰਦੀ ਕੀ ਆ, ਸਹੀ ਸਹੀ, ਉਹਨਾਂ ਨੂੰ ਕੀ ਦੱਸੀਏ ਹੁਣ। ਪੱਤਰਕਾਰਤਾ ਤੇ ਹੁਣ ਤੇ ਮਤਲਬ ਕਿ ਪੌਡਕਾਸਟਾਂ 'ਚ ਵੀ ਤੁਸੀਂ ਦੇਖਣ ਡਏ ਹੋ ਨਾ, ਲੱਖਾਂ ਨਾਂ ਲੈਂਦਾ ਹੁੰਦਾ, ਮੈਨੂੰ ਤੇ ਨਾਂ ਨਹੀਂ ਉਹਨੇ ਆਉਂਦੇ ਉਹ ਜਿਹੜੇ ਪ੍ਰਸਾਰਿਤ ਹੁੰਦੇ ਆ। ਤਾਂ ਕਹਿੰਦਾ ਮਤਲਬ ਹੈ ਕਿ ਸਾਰੀ ਹੁਣ ਪੱਤਰਕਾਰਤਾ ਹੀ ਤੁਰੀ ਫਿਰਦੀ। ਪੱਤਰਕਾਰਤਾ ਦੀਆਂ ਤੇ ਵੰਨਗੀਆਂ ਕਈ ਨੇ। ਇਹ ਤੇ ਸਾਹਮਣੇ ਜਿਹੜਾ ਬੰਦਾ ਸਿਆਣਾ ਬੰਦਾ ਹੈ, ਉਹਦੇ ਤੇ ਬੈਠਾ ਬੰਦਾ, ਉਹਨੇ ਦੇਖਣਾ ਨਾ ਕਿ ਉਹਨੇ ਕਿਸ ਤਰ੍ਹਾਂ ਦਾ ਕਮੈਂਟ ਕਰਨਾ। ਤਾਂ ਉਹਨਾਂ ਦਾ ਜਿਹੜਾ ਕਹਿ ਲਓ ਕਿ ਜੋ ਸੀਗਾ ਅੰਦਰ ਭਰਿਆ, ਉਹਨੂੰ ਅਪਸ਼ਬਦਾਂ ਦਾ ਕਹਿ ਲਓ ਇੱਕ ਪੂਰਾ ਟੋਆ ਭਰਿਆ ਪਿਆ ਸੀਗਾ, ਜੋ ਉਹਨਾਂ ਨੇ ਬਾਹਰ ਕੱਢਿਆ ਤੇ ਉਹ ਫੜੇ ਗਏ, ਫਸ ਗਏ। ਤਾਂ ਇਹ ਉਮਰ ਦੇ ਇਸ ਪੜਾਅ ਦੇ ਵਿੱਚ ਉਹ ਐਕਸਪੋਜ਼ ਵੀ ਹੋ ਗਏ ਆ ਧਾਮੀ ਸਾਹਿਬ, ਨੁਕਸਾਨ ਉਹਨਾਂ ਦਾ ਵੀ ਹੋਇਆ ਪਰਸਨਲੀ ਜੇ ਕਹੋਗੇ। ਹੋਇਆ ਹੈ ਬਿਲਕੁਲ। ਖਨੌਰੀ ਬਾਰਡਰ ਤੇ ਮਿੰਟੂ ਜੀ ਬੜੀ ਵੱਡੀ ਹਲਚਲ ਹੋਈ ਹੈ ਇਸ ਟਾਈਮ। ਖਬਰ ਇਹ ਆ ਰਹੀ ਹੈ ਵੀ ਅਮਨ ਅਰੋੜਾ ਦੀ ਅਗਵਾਈ ਦੇ ਹੇਠ ਸਰਕਾਰ ਦਾ ਜਿਹੜਾ ਵਫਦ ਆ ਉਹ ਡੱਲੇਵਾਲ ਨੂੰ ਮਿਲਿਆ। ਦੇਖੋ ਇਸ ਤੋਂ ਪਹਿਲਾਂ ਇਹ ਵੀ ਤੇ ਇੱਕ ਕਹਿ ਲਓ ਕਿਤੇ ਨਾ ਕਿਤੇ ਕ੍ਰੋਨੋਲੋਜੀ ਇੱਕ ਸ਼ਬਦ ਅਮਿਤ ਸ਼ਾਹ ਨੇ ਬੜਾ ਤੋਰਿਆ ਸੀਗਾ, ਤਾਂ ਉਹਨੂੰ ਵੀ ਤਾਂ ਸਮਝੋ ਨਾ ਤੁਸੀਂ ਕਿ ਸਰਕਾਰ ਜਾਂਦੀ ਜਾਂਦੀ ਆਸਟ੍ਰੇਲੀਆ ਇੱਕ ਟਵੀਟ ਕਰ ਜਾਂਦੀ ਇਸ ਬਾਬਤ। ਸਰਕਾਰ ਮੈਂ ਕਿਸ ਨੂੰ ਕਹਿ ਰਿਹਾ ਕਿ ਮਾਨ ਫੈਮਿਲੀ, ਉਹ ਸਰਕਾਰ ਹੀ ਆ, ਸਰਕਾਰ ਆਸਟ੍ਰੇਲੀਆ ਟੁਰ ਗਈ ਆ। ਤੇ ਦੂਜੇ ਪਾਸੇ ਜੇ ਤੁਸੀਂ ਦੇਖੋਗੇ, ਸਰਕਾਰ ਜਾਂਦੀ ਜਾਂਦੀ ਇੱਕ ਮੀਟਿੰਗ ਕਰਕੇ ਜਾਂਦੀ ਹੈ ਕੇਜਰੀਵਾਲ ਸਾਹਿਬ ਦੇ ਨਾਲ। ਜਿੰਨੇ ਐਮਐਲਏ ਨੇ ਉਹ ਜਾਂਦੇ ਨੇ ਕੇਜਰੀਵਾਲ ਸਾਹਿਬ ਕੋਲ। ਸਾਰੀ ਉੱਥੇ ਬਿਆਨਬੰਦੀ ਹੁੰਦੀ ਆ ਕਿ ਦਿੱਲੀ 'ਚ ਕੀ ਕੀਤਾ ਜਾਵੇ, ਪੰਜਾਬ 'ਚ ਕੀ ਕੀਤਾ ਜਾਵੇ। ਤੇ ਜੇ ਦਿੱਲੀ ਜਿੱਤ ਲਈ ਕੇਜਰੀਵਾਲ ਸਾਹਿਬ ਕਹਿੰਦੇ ਕਿ ਪੰਜਾਬ ਤੇ ਜਿੱਤਿਆ ਹੀ ਪਿਆ, ਫਿਰ ਤਾਂ ਲੈ ਗਏ ਆਪਾਂ ਕੰਮ ਨੂੰ ਖਿੱਚ ਕੇ। ਸੋ ਇਸ ਵਾਸਤੇ ਜਨਾਬ ਹੁਣ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਇਸ ਤਰ੍ਹਾਂ ਦੀਆਂ ਹੋ ਗਈਆਂ, ਇਸ ਤਰ੍ਹਾਂ ਦੀਆਂ ਹੋ ਗਈਆਂ ਕਿ ਹਿਸਾਬ ਲਾ ਲਓ ਕਿ ਅਗਲੇ ਹੀ ਦਿਨ ਜਦੋਂ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਤਾਂ ਸਰਕਾਰ ਦਾ ਵਫਦ ਉੱਥੇ ਪਹੁੰਚ ਗਿਆ। ਤਾਂ ਕਿਹਾ ਜਾ ਸਕਦਾ ਕਿ ਸ਼ਾਇਦ ਅਰਵਿੰਦ ਕੇਜਰੀਵਾਲ ਹੋਰਾਂ ਨੇ ਆਪਣੀਆਂ ਜੋ ਵਿਉਂਤਾਂ ਘੜੀਆਂ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਇਸ ਗੱਲ ਤੇ ਵੀ ਗੌਰ ਕੀਤਾ ਗਿਆ ਹੋਏਗਾ, ਕਿਤੇ ਨਾ ਕਿਤੇ ਚਰਚਾ ਕੀਤੀ ਗਈ ਹੋਏਗੀ ਕਿ ਭਾਈ ਤੁਸੀਂ ਇੱਧਰ ਜਾਓ, ਕਿਉਂਕਿ ਇਹ ਇਸ ਵੇਲੇ ਮੋਰਚਾ ਜਿਹੜਾ
ਉਹ ਕੇਂਦਰ ਦੇ ਖਿਲਾਫ ਆ, ਕਿਤੇ ਕੱਲ ਨੂੰ ਆਪਣੇ ਖਿਲਾਫ ਨਾ ਹੋ ਜਾਵੇ, ਕੋਈ ਚਾਹ ਜਾਂਦੀ ਹੋ ਜਾਵੇ। ਔਰ ਦੂਜੀ ਗੱਲ, ਸੁਪਰੀਮ ਕੋਰਟ ਤੋਂ ਵੀ ਤੇ ਬਚਣਾ ਹੈ ਨਾ ਸਰਕਾਰ ਨੇ। ਜੀ ਸੁਪਰੀਮ ਕੋਰਟ ਦੀ ਸਖਤ ਹਦਾਇਤ ਹੈ ਕਿ ਤੁਸੀਂ ਬਿਨਾਂ ਜ਼ੋਰ ਜ਼ਬਰਦਸਤੀ ਕੀਤੇ ਤੋਂ ਡੱਲੇਵਾਲ ਸਾਹਿਬ ਦੀ ਜਾਨ ਜਿਹੜੀ ਹੈ ਉਹ ਬਚਾਓ, ਉਹਨਾਂ ਨੂੰ ਅਸਥਾਈ ਹਸਪਤਾਲ ਦੇ ਵਿੱਚ ਸ਼ਿਫਟ ਕਰੋ। ਹੁਣ ਗੱਲ ਇਹ ਆ ਕਿ ਦੂਸਰੇ ਪਾਸੇ ਉੱਥੇ ਕੀ ਆ ਕਿ ਚਲੋ ਜ਼ਿਆਦਾ ਤਾਂ ਨਹੀਂ, 4-5 ਹਜ਼ਾਰ ਦਾ ਕੱਟ ਤੇ ਹੋਊਗਾ, ਮੇਰਾ ਅੰਦਾਜ਼ਾ, ਮੈਂ ਗਿਆ ਨਹੀਂ ਹੈ, ਤੇ ਕੋਈ 2-4 ਹਜ਼ਾਰ ਦਾ ਕੱਟ ਤੇ ਲਾ ਲਓ, 2 ਤੋਂ 4 ਹਜ਼ਾਰ ਦੇ ਵਿਚਾਲੇ ਲਾ ਲਓ ਕਿ ਇੰਨੇ ਕੱਟ ਦੇ ਵਿੱਚੋਂ ਬੰਦਾ ਚੱਕਣਾ ਕੋਈ ਸੌਖਾ ਨਹੀਂ ਹੈ। ਉੱਥੇ ਜੇ ਕੋਈ ਮਾੜਾ ਮੋਟਾ ਵੀ ਨੁਕਸਾਨ ਹੁੰਦਾ ਹੈ ਤੇ ਉਹ ਆਮ ਆਦਮੀ ਪਾਰਟੀ ਵਾਸਤੇ ਬੜਾ ਪੁੱਠਾ ਹੋ ਜਾਏਗਾ ਮਾਮਲਾ। ਸੋ ਇਸ ਵਾਸਤੇ ਪ੍ਰਵੀਨ ਜੀ, ਇਹ ਜੋ ਸਾਰਾ ਕੁਝ ਚੱਲਦਾ ਪਿਆ ਹੈ, ਇਹਦੇ ਵਿੱਚ ਆਪਾਂ ਜੇ ਦੇਖੀਏ ਤਾਂ ਮੈਨੂੰ ਇਹੋ ਹੀ ਲੱਗਦਾ ਹੈ ਕਿ ਸ਼ਾਇਦ ਇਹਨਾਂ ਨੇ ਸਾਰੀਆਂ ਚੀਜ਼ਾਂ ਦਾ ਹੱਲ ਇੱਕ ਮਿਲਣੀ ਦੇ ਦੁਆਰਾ ਕੱਢਣ ਦਾ ਯਤਨ ਕੀਤਾ ਕਿ ਸੁਪਰੀਮ ਕੋਰਟ ਜੇ ਸਾਨੂੰ ਬੁਲਾਉਂਦਾ ਤੇ ਇਹ ਜਾ ਕੇ, ਜਿਵੇਂ ਅੱਜ ਇਹਨਾਂ ਨੇ ਕਿਹਾ ਕਿ ਜੀ ਤੁਸੀਂ ਉਧਰ ਜਾਓ, ਇਲਾਜ ਲੈ ਲਓ ਜੀ ਇੱਕ ਵਾਰੀ, ਏਦਾਂ ਜੀ ਓਦਾਂ, ਮਤਲਬ ਕਿ ਜਿਹੜੀ ਇਹਨਾਂ ਨੇ ਗੱਲਬਾਤ ਉੱਥੇ ਕੀਤੀ ਆ, ਤਾਂ ਉਹ ਸੁਪਰੀਮ ਕੋਰਟ ਦੇ ਵਿੱਚੋਂ ਵੀ ਇੱਕ ਰਸਤਾ ਬਣ ਜਾਂਦਾ ਹੈ ਨਾ ਕਿ ਵੇਖੋ ਜੀ ਅਸੀਂ ਗਏ ਸੀ, ਸਾਡਾ ਵੱਧ ਗਿਆ ਸੀਗਾ, ਉਹ ਏਦਾਂ ਕਰ ਰਹੇ ਜੀ, ਉਹ ਏਦਾਂ ਕਰ ਰਹੇ ਆ। ਤਾਂ ਦੂਜੇ ਪਾਸੇ ਪੰਜਾਬ ਦੇ ਲੋਕਾਂ ਦੀ ਨਜ਼ਰ 'ਚ ਵੀ ਸੱਚੀ। ਤੇ ਤੀਜਾ, ਜਿਵੇਂ ਮੈਂ ਕਿਹਾ ਕਿ ਕੱਲ ਨੂੰ ਮੰਨ ਲਓ ਕੋਈ ਗੱਲ ਹੁੰਦੀ ਆ ਤਾਂ ਬਈ ਤੁਸੀਂ ਆਪਣਾ ਅਗੇਤਾ ਹੀ ਬਚਾਅ ਜਿਹੜਾ ਹੈ ਉਹ ਕਰਕੇ ਰੱਖੋ, ਠੀਕ ਹੈ ਨਾ ਜੀ। ਸੋ ਇਸ ਕਰਕੇ ਇਹ ਕਹਿ ਰਹੇ ਆ ਕਿ ਜੀ ਤੁਸੀਂ ਮਰਨ ਵਰਤ ਜਿਹੜਾ ਬੇਸ਼ੱਕ ਜਾਰੀ ਰੱਖੋ, ਪਰ ਇਲਾਜ ਲੈ ਲਓ, ਤੇ ਅਸੀਂ ਸਰਬ ਪਾਰਟੀ ਮੀਟਿੰਗ ਜਿਹੜੀ ਆ ਉਹ ਬੁਲਾਉਣ ਵਾਸਤੇ ਤਿਆਰ ਆ। ਤਾਂ ਮਤਲਬ ਕਿ ਲਗਭਗ 1 ਮਹੀਨੇ ਬਾਅਦ ਸਰਕਾਰ ਜੇ ਗਈ ਆ ਤਾਂ ਕਿਤੇ ਨਾ ਕਿਤੇ ਮੇਰੇ ਖਿਆਲ ਦੇ ਨਾਲ ਉਹਦੀਆਂ ਕੁਝ ਸਿਆਸੀ ਮਜਬੂਰੀਆਂ ਵੀ ਕਹਿ ਸਕਦੇ ਆ, ਤੇ ਖਾਸ ਤੌਰ ਤੇ ਸੁਪਰੀਮ ਕੋਰਟ ਦਾ ਜੋ ਹੁਕਮ ਹੈ ਉਹਦਾ ਪਾਲਣ ਵੀ ਕਰਨਾ ਜਿਹੜਾ ਉਹ ਕਿਤੇ ਨਾ ਕਿਤੇ ਇਹਨਾਂ ਵਾਸਤੇ ਮਹੱਤਵਪੂਰਨ ਹੈ, ਜ਼ਰੂਰੀ ਹੈ। ਤੇ ਤੀਸਰੇ ਪਾਸੇ ਮੈਂ ਜਿਵੇਂ ਕਿਹਾ ਕਿ ਇੱਕ ਤਰ੍ਹਾਂ ਨਾਲ ਕਿਤੇ ਨਾ ਕਿਤੇ ਜੋ ਅਗਾਂਹ ਦੀ ਵਿਉਂਤ ਆ ਉਹਦੇ ਵਿੱਚ ਵੀ ਅਗੇਤੇ ਜਿਹੜੇ ਆ ਉਹ ਆਪਣੇ ਬਚਾਅ ਇਹਨਾਂ ਨੇ ਕਰਨੇ ਸਟਾਰਟ ਕੀਤੇ ਆ। ਕਾਨੂੰਨ ਦੀ ਕਚਹਿਰੀ ਤੇ ਲੋਕਾਂ ਦੀ ਕਚਹਿਰੀ ਦੋਨਾਂ 'ਚ ਹੀ ਬਚਣ ਵਾਸਤੇ ਇਹਨਾਂ ਨੇ ਰਸਤਾ ਲੱਭਿਆ। ਮਿੰਟੂ ਜੀ, ਸਾਬਕਾ ਵਿਧਾਇਕ ਸਾਹਿਬ ਧਰਨਾ ਦੇਣ ਗਏ ਸੀ ਤੇ ਪੁਲਿਸ ਨੇ ਚੱਕ ਲਏ ਜੀ। ਹਾਂਜੀ, ਬੇਰੀ ਸਾਹਿਬ ਗਏ ਸਨ। ਅੱਛਾ, ਤੇਰੇ ਬੂਹੇ ਉੱਤੇ ਸੋਹਣੀਏ ਨੀ ਬੇਰੀਏ, ਬੇਰੀ ਕਟਵਾ ਦੇ ਮਨ ਮੇਰੀ। ਤਾਂ ਗੱਲ ਇਹ ਆ ਕਿ ਇਹ ਬੇਰੀ ਸਾਹਿਬ ਧਰਨਾ ਲਾਉਣ ਗਏ ਸਨ। ਉਹਨਾਂ ਨੇ ਆਖਿਆ ਕਿ ਤੁਹਾਡੇ ਕੋਲ ਪਰਮਿਸ਼ਨ ਹੈਗੀ ਆ? ਉਹ ਕਹਿੰਦੇ ਜੀ ਅਸੀਂ ਤੇ ਦਲ ਬਦਲੂ ਜਿਹੜੇ ਕਾਉਂਸਲਰ ਆ ਉਹਨਾਂ ਦੀ ਜ਼ਮੀਰ ਜਗਾਉਣ ਆਏ ਆ। ਉਹ ਕਹਿੰਦੇ ਕਿ ਨਹੀਂ, ਜ਼ਮੀਰ ਜਗਾਉਣ ਵਾਸਤੇ ਵੀ ਪਰਮਿਟ ਵਗੈਰਾ ਹੈ ਤੇ ਦੱਸੋ, ਨਹੀਂ ਤੇ ਠੀਕ ਆ। ਸੋ ਗੱਲ ਇਹ ਆ ਕਿ ਕਾਂਗਰਸੀਆਂ ਨੇ ਜਲੰਧਰ ਨਗਰ ਨਿਗਮ ਦੇ ਵਿੱਚ ਜੋ ਉੱਥੇ ਹੋਇਆ ਵੈਸੇ ਕੀਤਾ ਤੇ ਇਹਨਾਂ ਨੇ ਇਹੋ ਆ ਕਿ ਕੇਜਰੀਵਾਲ ਦੀਆਂ ਹਦਾਇਤਾਂ ਨੇ ਕਿ ਮੇਅਰ ਕਿਸੇ ਵੀ ਤਰੀਕੇ ਨਾਲ ਬਣਾਓ, ਜੋ ਵੀ ਆ, ਜਿੱਦਾਂ ਵੀ ਆ, ਜਿਸ ਤਰ੍ਹਾਂ ਦਾ ਵੀ ਤੁਹਾਨੂੰ ਹਰਬਾ ਵਰਤਣਾ ਪਵੇ ਉਹ ਵਰਤੋ, ਹਰ ਹਾਲਤ ਦੇ ਵਿੱਚ। ਉਹ ਕਹਿੰਦਾ ਮੁਝੇ ਮੇਅਰ ਚਾਹੀਏ। ਤੁਸੀਂ ਬਣਾ ਤੇ ਨਹੀਂ ਸਕੇ, ਬਹੁਮਤ ਹਾਸਲ ਤੇ ਨਹੀਂ ਕਰ ਸਕੇ, ਪਰ ਕਿਉਂਕਿ ਸਰਕਾਰ ਹੈ ਤਾਂ ਸਰਕਾਰ ਜਿਹੜੀ ਹੈ ਉਹ ਫਿਰ ਆਪਣਾ ਜ਼ੋਰ ਕਦੋਂ ਦਿਖਾਏਗੀ, ਬਾਜੂਆਂ ਦਾ ਜ਼ੋਰ ਕਦੋਂ ਦਿਖਾਏਗੀ। ਤਾਂ ਕਹਿਣ ਦਾ ਭਾਵ ਇਹੋ ਆ ਕਿ ਹੁਣ ਜਿਹੜੇ ਕਾਂਗਰਸੀ ਆ ਉਹ ਆਪਣਿਆਂ ਨੂੰ ਪਿੱਟਦੇ ਪਏ ਆ ਕਿ ਬਾਈ ਜੀ ਇਹ ਵਿਕ ਗਿਆ ਜੀ, ਇਹ ਫਲਾਂ ਹੋ ਗਿਆ ਜੀ, ਧਮਕਾ ਹੋ ਗਿਆ ਜੀ। ਵੈਸੇ ਮੈਂ ਤੁਹਾਨੂੰ ਕਾਂਗਰਸ ਦਾ ਪਹਿਲਾਂ ਹੀ ਦੱਸਿਆ ਕਿ ਕਾਂਗਰਸ ਦਾ ਇਹੀ ਹਸ਼ਰ ਹੁੰਦਾ, ਇਹੀ ਅੰਜਾਮ ਹੁੰਦਾ। ਉਹਦੀ ਕਿਸਮਤ ਬਣ ਚੁੱਕੀ ਹੈ ਸਾਹਿਬ ਜੀ ਜੀ, ਉਹਦੀ ਕਿਸਮਤ ਬਣ ਚੁੱਕੀ ਹੈ ਕਿ ਉਹ ਬਹੁਤ ਕੁਝ ਕਰਕੇ ਕਹਿ ਲੋ ਕਿ ਕੁਝ ਵੀ ਨਹੀਂ ਕਰ ਸਕਦੀ, ਇੰਨੀ ਲਾਚਾਰ ਹੋ ਜਾਂਦੀ ਹੈ, ਲਾਚਾਰ ਹੋ ਜਾਂਦੀ ਹੈ। ਕਹਿ ਲੋ ਜੀ, ਹਾਂ, ਕਹਿ ਲੋ ਕਿ ਇਹਨਾਂ ਦੇ ਬੰਦਿਆਂ ਦੀ ਕੁਛ ਦੀ ਜਿਹੜੀ ਕਾਰਵਾਈ ਹੈ ਨਾ ਉਹ ਲੱਚਰ ਹੋ ਜਾਂਦੀ ਹੈ। ਤਾਂ ਖੈਰ ਕਾਂਗਰਸੀਆਂ ਨੇ ਵਾਰਡ 47 ਦੀ ਜੋ ਕਾਉਂਸਲਰ ਹੈ ਬੀਬੀ ਮਨਮੀਤ ਕੌਰ, ਉਹਦੇ ਘਰ ਦੇ ਬਾਹਰ ਧਰਨਾ ਦੇਣਾ ਸੀ। ਉਹ ਕਹਿੰਦੇ ਕਿ ਜਿੱਤੇ ਤੇ ਕਾਂਗਰਸ ਦੀ ਟਿਕਟ ਤੋਂ ਆ, ਸ਼ਾਮਲ ਇਹ ਆਮ ਆਦਮੀ ਪਾਰਟੀ ਦੇ ਵਿੱਚ ਹੋ ਗਏ। ਤਾਂ ਮਤਲਬ ਇਹ ਜਦੋਂ ਗਏ ਉਸ ਤੋਂ ਬਾਅਦ ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ। ਤੇ ਮੈਂ ਤੁਹਾਨੂੰ ਦੱਸਿਆ ਸੀ ਜਗਦੀਸ਼ ਰਾਜਾ, ਉਹਦਾ ਕੀ ਹਸ਼ਰ ਹੋਇਆ, ਉਹਦੀ ਪਤਨੀ ਅਨੀਤਾ ਰਾਜਾ, ਉਹਨੂੰ ਹਰਾਇਆ ਪ੍ਰਵੀਨ ਵਾਸਨ ਨੇ। ਤਾਂ ਉਹਦੇ ਘਰ ਦੇ ਅੱਗੇ ਵੀ ਇਹਨਾਂ ਨੇ ਧਰਨਾ ਦੇਣਾ ਸੀ। ਮਤਲਬ ਸਾਫ਼ ਹੈ ਕਿ ਉਹਨਾਂ ਦਾ ਜਲੂਸ ਕੱਢ ਰਹੇ ਆ ਵੀ ਆਹ ਵੇਖ ਲਓ, ਇਹ ਬੰਦੇ ਸਾਡੀਆਂ ਟਿਕਟਾਂ ਤੇ ਲੜੇ ਸਨ, ਪਾਰਟੀ ਸਿੰਬਲ ਤੇ ਲੜੇ, ਇਲੈਕਸ਼ਨ ਇਹਨਾਂ ਨੇ ਜਿੱਤੇ, ਤੇ ਹੁਣ ਮਤਲਬ ਕਿ ਲਾਲਚਾਂ ਵਸ ਹੋ ਕੇ ਜਾਂ ਲੋਭ ਵਸ ਹੋ ਕੇ ਇਹ ਇੱਧਰ ਉਧਰ ਰਹੇ। ਮਤਲਬ ਇਹ ਸਾਫ਼ ਹੈ, ਸਪਸ਼ਟ ਹੈ ਕਿ ਬਈ
ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਕਾਂਗਰਸ ਮੈਸੇਜ ਦੇ ਰਹੀ ਹੈ ਹੂੰ, ਕਿ ਇਹਨਾਂ ਬੰਦਿਆਂ ਨੂੰ ਮੂੰਹ ਨਾ ਲਾਈਓ ਦੁਬਾਰਾ। ਜੀ। ਪਰ ਮਸਲਾ ਤਾਂ ਇਹ ਹੈ ਨਾ ਕਿ ਪਹਿਲਾਂ ਹੀ ਭਾਂਡਾ ਟੁਣਕਾ ਲਿਆ ਜਾਵੇ ਤੇ ਚੰਗਾ। ਕਾਂਗਰਸੀ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਕਾਂਗਰਸੀ ਕੁਝ ਜਿਹੜੇ ਆ ਨਾ, ਉਹ ਇਹਨਾਂ ਦੇ ਵਿੱਚ ਐਸੇ ਆ ਰਲੇ ਆ ਜਾਂ ਹੋ ਗਏ ਆ ਕੁਝ ਕਾਂਗਰਸੀ, ਉਹ ਮਤਲਬ ਕਿ ਜਿੱਦਾਂ ਕਹਿ ਲਓ ਕਿ ਉਹ ਇਹਨਾਂ ਵਾਸਤੇ ਘੱਟ ਕੰਮ ਕਰਦੇ ਆ, ਵਿਰੋਧੀਆਂ ਵਾਸਤੇ ਉਹ ਫਾਇਦਾ ਜ਼ਿਆਦਾ ਕਰਦੇ ਆ। ਕਿਤੇ ਉਹ ਭਾਜਪਾ ਦਾ ਜ਼ਬਰਦਸਤ ਫਾਇਦਾ ਕਰ ਜਾਂਦੇ ਆ, ਹੂੰ, ਕਿਤੇ ਉਹ ਆਮ ਆਦਮੀ ਪਾਰਟੀ ਦਾ ਫਾਇਦਾ ਕਰ ਜਾਂਦੇ ਆ। ਸੋ ਇਸ ਕਰਕੇ ਇਹ ਹੁਣ ਜ਼ੋਰ ਲਾਈ ਜਾਣ, ਜਿੰਨਾ ਮਰਜ਼ੀ ਲਾਈ ਜਾਣ, ਇਹਨਾਂ ਨੇ ਜੋੜ ਤੋੜ ਕਰਕੇ ਕੁਛ ਨਾ ਕੁਛ ਲੈ ਡਿੱਗਣਾ। ਹਾਲੇ ਵੀ ਜਲੰਧਰ ਤੇ ਲੁਧਿਆਣੇ ਦੇ ਵਿੱਚ ਅੜੇ ਹੋਏ ਆ, ਪਰ ਕਿਉਂਕਿ ਇੱਥੇ ਸੌਦਾ ਵਿਕਾਊ ਬਹੁਤ ਆ, ਦਾਮ ਲਾਉਣ ਵਾਲਾ ਚਾਹੀਦਾ ਹੈ, ਮੁੱਲ ਪਾਉਣ ਵਾਲਾ ਚਾਹੀਦਾ ਹੈ। ਇਹਨਾਂ ਦੇ ਕੋਲ ਥੈਲੀਆਂ ਹੈਗੀਆਂ, ਇਹਨਾਂ ਦੇ ਕੋਲ ਵਿਜੀਲੈਂਸ ਵਗੈਰਾ ਜਾਂ ਹੋਰ ਕੁਝ ਇਸ ਤਰ੍ਹਾਂ ਦੇ ਹੈਗੇ ਨੇ ਬਲਬੂਤੇ, ਜਿਹਦੇ ਜ਼ੋਰ ਤੇ, ਜਿਹਦੇ ਦਮ ਤੇ ਸਭ ਕੁਝ ਕਰ ਸਕਦੇ, ਖੇੜੇ ਬਣਾ ਜਾਣਗੇ। ਪਰ ਤੁਸੀਂ ਇਹ ਦੇਖੋ ਕਿ ਜਦੋਂ ਭਾਜਪਾ ਇਸ ਤਰ੍ਹਾਂ ਕਰਦੀ ਹੈ, ਭਾਜਪਾ ਜਦੋਂ ਇਸ ਤਰ੍ਹਾਂ ਦੀ ਰਾਜਨੀਤੀ ਕਰਦੀ ਹੈ, ਤਾਂ ਇਹ ਉਸਨੂੰ ਆਪਰੇਸ਼ਨ ਲੋਟਸ ਕਹਿੰਦੇ ਆ, ਜੋ ਇਹਨਾਂ ਨੇ ਪੰਜਾਬ ਦੇ ਵਿੱਚ ਵੀ ਇੱਕ ਵਾਰੀ ਕਥਿਤ ਡਰਾਮਾ ਜਿਹਾ ਕੀਤਾ ਸੀ, ਤੁਹਾਨੂੰ ਯਾਦ ਹੋਣਾ। ਉਦੋਂ ਇਹ ਕਿੰਨਾ ਪਿੱਟੇ ਸੀ, ਕਿੰਨਾ ਉਹਨੂੰ ਕੰਡੈਮ ਕਰਦੇ ਨੇ। ਆਪ ਜੋ ਇਹ ਕਰ ਰਹੇ ਆ, ਨਾ ਉਹ ਸਿਧਾਂਤਕ ਤੌਰ ਤੇ ਸਹੀ ਆ, ਨਾ ਉਹ ਰਾਜਨੀਤਿਕ ਤੌਰ ਤੇ ਸਹੀ ਆ, ਨਾ ਪ੍ਰਸ਼ਾਸਕੀ ਤੌਰ ਤੇ ਸਹੀ ਆ, ਪਰ ਇਹਨਾਂ ਦੀ ਨਜ਼ਰ 'ਚ ਸਹੀ ਆ ਕਿ ਜੋ ਮਰਜ਼ੀ ਹੋਵੇ, ਅਸੀਂ ਮੇਅਰ ਬਣਾਉਣੇ ਆ, ਅਸੀਂ ਆਪਣੇ ਬੰਦੇ ਜਿਤਾਉਣੇ ਆ, ਇਨਕਲਾਬ ਜਾਂ ਫਲਾਂ ਫਲਾਂ ਫਲਾਂ, ਉਹ ਸਾਰੀਆਂ ਗੱਲਾਂ ਜਿਹੜੀਆਂ ਉਹ ਭਾਸ਼ਣਬਾਜ਼ੀ ਦੀਆਂ ਗੱਲਾਂ ਨੇ ਪ੍ਰਵੀਨ ਜੀ। ਅਮਲ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਉਹ ਦਿਖਾਈ ਨਹੀਂ ਦਿੰਦੀਆਂ। ਨਹੀਂ, ਤੁਸੀਂ ਇੱਕ ਦਿਨ ਦੱਸਿਆ ਤਾਂ ਸੀਗਾ ਮਿੰਟੂ ਜੀ, ਜਦੋਂ ਆਪਾਂ ਗੱਲਬਾਤ ਕਰ ਰਹੇ ਸੀਗੇ ਲੋਕਤੰਤਰ ਬਚਾਉਣਾ, ਕਿ ਉਹ ਤੁਸੀਂ ਕਿਹਾ ਤਾਂ ਸੀ ਰਾਹੁਲ ਗਾਂਧੀ ਨੂੰ ਵੀ ਲੋਕਤੰਤਰ ਇੱਥੇ ਨਹੀਂ ਬਚਾਉਣਾ, ਪੰਜਾਬ ਦੇ ਵਿੱਚ ਇਹ ਲੋਕਤੰਤਰ ਦੇ ਘੇਰੇ ਦੇ ਵਿੱਚ ਨਹੀਂ ਆਉਂਦਾ। ਇੱਥੇ ਦੇਖ ਲਓ ਕੀ ਕੁਛ ਹੋਈ ਜਾਂਦਾ, ਉੱਥੇ ਤੁਸੀਂ ਇਹਨਾਂ ਦੇ ਨਾਲ ਯਾਰੀ ਪਾ ਕੇ ਗੱਠਜੋੜ ਕਰਕੇ ਕਹੀ ਜਾਂਦੇ ਲੋਕਤੰਤਰ ਬਚਾਉਣਾ ਸੀ। ਜੀ ਬਿਲਕੁਲ ਬਿਲਕੁਲ, ਮੈਂ ਕਿਹਾ ਸੀ, ਮੈਨੂੰ ਯਾਦ ਹੈ ਕਿ ਬਈ ਤੁਹਾਨੂੰ ਇੱਥੇ ਧੱਕਾ ਤੁਹਾਨੂੰ ਭਾਜਪਾ ਤੋਂ ਉੱਥੇ ਦਿੰਦਾ, ਇੱਥੇ ਨਹੀਂ ਦਿੰਦਾ। ਇੱਥੇ ਨਹੀਂ ਦਿੰਦਾ, ਜਦੋਂ ਇੱਥੇ ਹੁੰਦਾ ਤਾਂ ਤੁਸੀਂ ਕਿਉਂ ਨਹੀਂ ਬੋਲਦੇ? ਸੋ ਇਹ ਬਿਲਕੁਲ ਮੈਨੂੰ ਇਹਨਾਂ ਦੀ ਰਾਜਨੀਤੀ ਤੋਂ ਕਈ ਵਾਰ ਕਾਫੀ ਨਾਖੁਸ਼ੀ ਹੁੰਦੀ ਆ, ਕਾਫੀ ਮਾਯੂਸੀ ਹੁੰਦੀ ਆ ਕਿ ਕਾਂਗਰਸ ਉਤਲੇ ਪੱਧਰ ਤੇ ਵੀ ਕਈ ਵਾਰ ਵਾਹਿਯਾਤ ਫੈਸਲੇ ਲੈਂਦੀ ਆ। ਹੁਣ ਜਿੱਦਾਂ ਆਪਾਂ ਕੁਝ ਦਿਨ ਪਹਿਲਾਂ ਚੋਣ ਇਲੈਕਸ਼ਨ ਦੇ ਨਿਯਮ ਬਦਲਣ ਬਾਰੇ ਇੱਕ ਗੱਲ ਕਹੀ ਸੀਗੀ, ਉਹ ਨਿਯਮ ਜਿਹੜੇ ਬਹੁਤ ਹੈਰਾਨੀਜਨਕ ਢੰਗ ਨਾਲ ਬਦਲੇ। ਹੁਣ ਤੁਸੀਂ ਦੇਖ ਲਓ ਸੁਪਰੀਮ ਕੋਰਟ 'ਚ ਮਸਲਾ ਗਿਆ, ਉਹਦੇ ਬਾਰੇ ਸਾਰਾ ਕੁਝ ਉੱਥੇ ਜਾ ਕੇ ਦੱਸ ਸਕਦੇ ਆ, ਈਵੀਐਮ ਤੋਂ ਲੈ ਕੇ ਸਭ ਕੁਝ ਉਹਦੇ ਵਿੱਚ ਆ ਸਕਦਾ। ਪਰ ਜੇ ਤੁਸੀਂ ਉੱਥੇ ਫੇਰ ਜਾ ਕੇ ਤਿਲਕ ਜਾਓ, ਜਾ ਕੇ ਫੇਰ ਤੁਸੀਂ ਕਹਿ ਲਓ ਕਿ ਉੱਥੇ ਆਪਣੀ ਦਮਦਾਰ ਪੇਸ਼ਕਾਰੀ ਨਾ ਕਰ ਸਕੋ, ਤਾਂ ਫਿਰ ਉਹ ਚੀਜ਼ਾਂ ਤੁਸੀਂ ਕਿਵੇਂ ਲੋਕਾਂ 'ਚ ਵਾਰ-ਵਾਰ ਜਚਾਓਗੇ? ਅਖੀਰ ਲੋਕ ਕਹਿਣਗੇ ਕਿ ਤੁਹਾਡਾ ਤਾਂ ਤਮਾਸ਼ਾ ਚੱਲਦਾ ਹੀ ਰਹਿਣਾ ਜੀ। ਬਿਲਕੁਲ ਜੀ, ਬਿਲਕੁਲ। ਮਿੰਟੂ ਜੀ, ਮੈਨੂੰ ਪੁਰਾਣਾ ਕੇਸ ਯਾਦ ਆ ਗਿਆ ਕਿ ਜਦੋਂ ਕਾਂਗਰਸ ਦੀ ਸਰਕਾਰ ਹੁੰਦੀ ਸੀ, ਇਹ ਉੱਥੇ ਗੌਰੀ ਲੰਕੇਸ਼ ਜਾਂ ਜਿਹੜੇ ਹੋਰ ਕੇ ਕਤਲ ਹੋਏ, ਉਹਨਾਂ ਦੇ ਵਿਰੁੱਧ ਧਰਨੇ ਦੇ ਰਹੇ ਸੀ ਦਿੱਲੀ ਦੇ ਵਿੱਚ। ਇੱਥੇ ਇਹਨਾਂ ਦਾ ਜਿਹੜਾ ਲੀਡਰ ਹੈ ਹਰਦਿਆਲ ਸਿੰਘ ਕੰਬੋਜ, ਉੱਥੇ ਕੋਈ ਸ਼ਰਮਾ, ਰਾਜਪੁਰੀ ਸ਼ਰਮਾ ਕੋਈ ਪੱਤਰਕਾਰ ਸੀ, ਉਹ ਸੁਸਾਈਡ ਕਰ ਗਿਆ, ਤੇ ਉਹਦੇ ਵਿੱਚ ਉਹਦੇ ਤੇ ਦੋਸ਼ ਲੱਗ ਰਿਹਾ ਸੀਗਾ ਕਿ ਇਹ ਬੰਦੇ ਨੇ ਮਜਬੂਰ ਕੀਤਾ। ਮਤਲਬ ਦੋਗਲਾ ਪੈਮਾਨਾ ਇੱਕ ਅੱਧੀ ਵਾਰੀ ਥੋੜ੍ਹਾ ਹਰ ਥਾਂ ਤੇ ਤੁਹਾਨੂੰ ਨਜ਼ਰ ਆਉਂਦਾ ਹੈ ਇਹ ਜਿਹਾ ਦੋਗਲਾ ਪੈਮਾਨਾ। ਹਾਂਜੀ ਬਿਲਕੁਲ ਬਿਲਕੁਲ, ਨਹੀਂ ਇਹ ਚੀਜ਼ਾਂ ਕਾਂਗਰਸ ਵਾਸਤੇ ਠੀਕ ਨਹੀਂ ਹੈ, ਪਰ ਹੁਣ ਕੀ ਕਰੀਏ, ਰਾਜਨੀਤੀ ਵਿੱਚ ਚੀਜ਼ਾਂ ਉਹੀ ਚੱਲ ਰਹੀਆਂ ਜੋ ਠੀਕ ਨਹੀਂ। ਬਿਲਕੁਲ। ਤੇ ਮੁਕਾਬਲੇ ਤੋਂ ਬਾਅਦ ਕੋਈ ਬਦਮਾਸ਼ ਫੜੇ ਸੀਗੇ ਤੇ ਉਸ ਤੋਂ ਬਾਅਦ ਖੁਲਾਸੇ ਹੋਏ ਨੇ ਜੀ ਮਿੰਟੂ ਜੀ? ਦੇਖੋ, ਇਹ ਤਰਨਤਾਰਨ ਇਲਾਕੇ ਦੇ ਵਿੱਚ ਅੱਜ ਸਵੇਰੇ ਇਹਨਾਂ ਨੇ ਇੱਕ ਮੁਕਾਬਲੇ ਤੋਂ ਬਾਅਦ 2-3 ਬੰਦੇ ਜਿਹੜੇ ਉਹ ਅਰੈਸਟ ਕੀਤੇ। ਅੱਛਾ, ਕਮਾਲ ਦੀ ਗੱਲ ਇਹ ਆ, ਪੰਜਾਬ ਦੇ ਵਿੱਚ ਕੀ ਚੱਲਦਾ ਪਿਆ ਸਮਝ ਤੋਂ ਬਾਹਰ ਆ। ਮੈਂ ਹੁਣ 1-2 ਨਿਊਜ਼ ਵੈਬਸਾਈਟਾਂ ਨਾ ਆਉਂਦਿਆਂ ਤੁਹਾਡੇ ਨਾਲ ਜੁੜਨ ਤੋਂ ਮਤਲਬ ਕਿ ਤੁਹਾਡੀ ਕਾਲ ਸ਼ਾਇਦ ਸ਼ੁਰੂ ਹੋ ਹੀ ਗਈ ਸੀਗੀ, ਤੇ ਮੈਂ ਉਦੋਂ ਦੇਖ ਰਿਹਾ ਸਾਂ ਅਜੀਤ ਵਾਲਿਆਂ, ਡੀਬੀ ਵਾਲਿਆਂ ਨੇ ਇੱਕ ਦੁੱਕਾ ਹੋਰ ਖਬਰ ਜਿਹੜੀ ਹੈ ਇਸ ਵੇਲੇ ਬ੍ਰੇਕ ਕੀਤੀ ਆ ਕਿ ਜਿਹੜਾ ਰਾਣੀ ਤੱਤ, ਮੇਰੀ ਤੇ ਇਹਦੀ ਹਰਮਨ ਦੀ ਰਾਣੀ ਤੱਤ ਇੱਕੋ ਸਾਲ ਚ ਆਈਆਂ ਸਨ, ਦੋਵੇਂ ਕਿਤਾਬਾਂ। ਤੇ ਮੇਰੇ ਨਾਲ ਚਲੋ ਅੱਛਾ ਲਿਹਾਜ਼ ਵੀ ਆ ਮੁੰਡੇ ਦਾ, ਮੇਰੇ ਤੋਂ ਛੋਟਾ, ਤੇ ਬਹੁਤ ਕਿਤਾਬ ਵੀ ਇਹਦੀ ਵਿਕੀ, ਤੇ ਮੁੜ ਕੇ ਲੌਂਗ ਲਾਚੀ ਗੀਤ ਨੇ ਰਿਕਾਰਡ ਬਣਾਇਆ ਹੋਇਆ। ਦਲਜੀਤ ਨੇ ਵੀ ਬਹੁਤ ਅੱਛੇ ਗਾਣੇ ਗਾਏ ਨੇ। तो मतलब कि खबर ये आ रही है कि हरमन तो भी 5 ਲੱਖ ਦੀ ਫਰੌਤੀ ਜਾਂ ਕਹਿ ਲਓ ਵਸੂਲੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਮੰਗੀ ਗਈ, ਤੇ ਉਹ ਦੋਸ਼ ਜਿਹੜਾ ਹੈ ਉਹਦੇ ਨਾਲ ਪੜਾਉਂਦੇ ਟੀਚਰ ਤੇ ਲੱਗਾ ਸੀ, ਉਹਨੂੰ ਗ੍ਰਿਫਤਾਰ ਕੀਤਾ। ਪੰਜਾਬ 'ਚ ਕੀ ਚੱਲ ਰਿਹਾ? ਹਾਂਜੀ, ਉਹ ਮੁੰਡਾ ਟੀਚਰ ਹੀ ਹੈ ਜੀ, ਉਹ ਹਰਮਨਜੀਤ ਜੀ ਦੀ ਤੁਸੀਂ ਗੱਲ ਕਰ ਰਹੇ? ਨਹੀਂ, ਉਹ ਤੇ ਟੀਚਰ ਆ।
ਜਿਸ ਤੇ ਦੋਸ਼ ਲੱਗੇ ਕਿ ਉਸਨੇ ਵਸੂਲੀ ਹਾਸਲ ਕਰਨ ਵਾਸਤੇ ਇੱਕ ਧਮਕੀ ਭਰਿਆ ਪੱਤਰ ਉਹਨਾਂ ਦੇ ਘਰ ਸੁੱਟਿਆ। ਉਹ ਵੀ ਟੀਚਰ ਹੈ ਉਹ ਵੀ ਉਸੇ ਸਕੂਲ 'ਚ। ਜੀ ਤਾਂ ਮਤਲਬ ਮੈਨੂੰ ਤੇ ਸਮਝ ਨਹੀਂ ਆਉਂਦੀ ਪੰਜਾਬ ਕੀ ਬਣ ਗਿਆ। ਇਹ ਕਹਿੰਦੇ ਸਨ ਰੰਗਲਾ ਪੰਜਾਬ ਬਣਾਵਾਂਗੇ, ਰੰਗਦਾਰੀਆਂ ਵਾਲਾ ਪੰਜਾਬ ਬਣ ਗਿਆ ਸਾ। ਤਾਂ ਇਸੇ ਤਰ੍ਹਾਂ ਹੀ ਇਹ ਜਿਹੜੇ ਉਧਰ ਲੰਡਾ ਹਰੀਕੇ ਤੇ ਕੁਝ ਮਾਝੇ ਦੇ ਹੋਰ ਬਹੁਤ ਸਾਰੇ ਨੇ ਜਿਹੜੇ ਵੱਖ-ਵੱਖ ਬਾਹਰਲੇ ਦੇਸ਼ਾਂ 'ਚ ਬੈਠੇ ਆ, ਤਾਂ ਉੱਥੇ ਵਸੂਲੀਆਂ ਦਾ, ਇਸ ਤਰ੍ਹਾਂ ਦਾ ਰੰਗਦਾਰੀਆਂ ਦਾ ਬਹੁਤ ਜ਼ਿਆਦਾ ਮਾਹੌਲ ਖਤਰਨਾਕ ਹੈ। ਤਾਂ ਇਦਾਂ ਹੀ ਆ ਕਿ ਪੁਲਿਸ ਦੇ ਜਿੱਦੋਂ ਟੇਟੇ ਚੜ ਜਾਂਦੇ ਤੋਂ ਫੜਦੇ ਆ। ਅੱਛਾ, ਕਮਾਲ ਦੀ ਗੱਲ ਹੈ ਜੋ ਇਸ ਮਾਮਲੇ ਦੇ ਵਿੱਚ ਕਹਿ ਲਓ ਕਿ ਕਿਤੇ ਨਾ ਕਿਤੇ ਜ਼ੇਰੇ ਚਰਚਾ ਹੋਣੀ ਚਾਹੀਦੀ ਹੈ ਪ੍ਰਵੀਨ ਜੀ, ਉਹ ਇਹ ਹੈ ਕਿ ਤੁਸੀਂ ਵੇਖੋ ਸਰ ਕਿ ਇਹਦੇ ਵਿੱਚ ਗੱਲ ਜਿਹੜੀ ਹੈ ਉਹ ਇਹ ਆ, ਕਹਾਣੀ ਜਿਹੜੀ ਹੈ ਉਹ ਮਤਲਬ ਕਿ ਇੱਕ ਜਿਹੜਾ ਵੈਪਨ ਹੈ, ਉਹਨਾਂ ਨੇ ਵੈਪਨ ਚੈੱਕ ਕੀਤਾ ਤਾਂ ਸਰਕਾਰੀ, ਉਹ ਅੱਛਾ ਜੋ ਫੜਿਆ। ਜਦ ਹੋਰ ਉਹਨਾਂ ਨੇ ਡੂੰਘਾਈ ਦੇ ਨਾਲ ਜਾਂਚ ਕੀਤੀ ਤਾਂ ਪ੍ਰਵੀਨ ਜੀ ਤੁਸੀਂ ਸੁਣ ਰਹਿ ਜਾਓਗੇ, ਦੰਗ ਰਹਿ ਜਾਓਗੇ। ਉਹ ਵੈਪਨ ਇੱਕ ASI ਨੇ ਉਹਨਾਂ ਨੂੰ ਕੋਲ ਗਹਿਣੇ ਰੱਖਿਆ ਹੋਇਆ ਸੀਗਾ। ਉਹ ਅੱਛਾ, ਕਿਉਂਕਿ ਉਹ ਨਸ਼ਾ ਕਰਦਾ ਸੀ, ਉਹ ਕਹਿੰਦਾ ਮੇਰਾ ਵੈਪਨ ਰੱਖ ਲਓ, ਮੈਂ ਛੁਡਾ ਕੇ ਲੈ ਜਾਊਂਗਾ। ਉਹ ਪਤਾ ਨਹੀਂ ਕੀ ਹਿਸਾਬ ਕਿਤਾਬ ਹੋਇਆ, ਉਹ ਕੋਈ ਤਸਕਰ ਹੋਏਗਾ ਜਾਂ ਕੁਛ ਇਹਨਾਂ ਦੇ ਨਾਲ ਦੇ ਬੰਦਾ, ਉਹ ਵੈਪਨ ਇਹ ਇਸਤੇਮਾਲ ਕਰਦੇ ਸੀ। ਤਾਂ ਇਹ ਪੁਲਿਸ ਵਾਸਤੇ ਹੋਰ ਵੀ ਕਹਿੰਦੇ ਕਿ ਨਮੋਸ਼ੀ ਜਨ ਬੜਾ ਤੇ ਸੋਚਣ ਵਾਲਾ ਵੀ ਹੈ ਨਾ ਕਿ ਜਿਹੜਾ ਬੰਦਾ ਸਾਹਿਬ ਇਸ ਤਰ੍ਹਾਂ ਜਾ ਕੇ ਉਹ ਵੈਪਨ ਰੱਖਾ ਹੈ, ਉਹ ਤਾਂ ਕੁਝ ਵੀ ਕਰ ਸਕਦਾ ਹੈ ਨਾ ਸਾਹਿਬ। ਤੁਹਾਡੀ ਇਨਫੋਰਮੇਸ਼ਨ ਕਿਉਂ ਨਹੀਂ ਲੀਕ ਕਰਦਾ ਹੋਏਗਾ। ਤੇ ਮਾਝੇ ਦੇ ਵਿੱਚ ਹੀ ਇੱਕ CIA ਸਟਾਫ ਪੂਰੇ ਦਾ ਪੂਰਾ ਬਦਲ ਦਿੱਤਾ ਗਿਆ। ਉਹ ਵੀ ਇੰਟਰਸਟਿੰਗ ਗੱਲ ਦੱਸਦਾ ਤੁਹਾਨੂੰ, ਉਹ ਖਬਰ ਸ਼ਾਇਦ ਕਿਤੇ ਅਖਬਾਰ 'ਚ ਆਈ ਹੋਵੇ ਜਾਂ ਨਾ। ਕੱਲ ਮੇਰੇ ਇੱਕ ਮਿੱਤਰ ਨੇ ਦੱਸਿਆ ਕਿ ਉਹ ਸਾਰਾ CIA ਸਟਾਫ ਬਦਲ ਦਿੱਤਾ, ਕਹਿੰਦੇ ਕਿ ਸੂਚਨਾਵਾਂ ਲੀਕ ਹੁੰਦੀਆਂ ਨੇ ਜੀ। ਤਾਂ ਕਹਿਣ ਦਾ ਭਾਵ ਹੈ ਕਿ ਵੇਖੋ ਕੀ ਕੁਝ ਚੱਲਦਾ ਹੈ, ਹੈਰਾਨੀਜਨਕ ਗੱਲਾਂ ਹੁੰਦੀਆਂ। ਹਰਮਨ ਵਾਲਾ ਹੀ ਮੈਂ ਬਹੁਤ ਜ਼ਿਆਤੀ ਤੌਰ ਤੇ ਹੋਇਆ ਕਿ ਯਾਰ ਲੇਖਕਾਂ ਤੋਂ ਵੀ ਹੁਣ ਇਹੀ ਕੰਮ ਚੱਲ ਪਿਆ। ਤੇ ਦੂਜੀ ਗੱਲ ਹੈ ਕਿ ਟੀਚਰ ਵੀ ਇਦਾਂ ਦੇ ਕੰਮਾਂ 'ਚ ਹੀ ਰੁੱਝ ਗਏ। ਸੋ ਇਹ ਸਾਰਾ ਕੁਝ ਜਿਹੜਾ ਮਨ ਨੂੰ ਅਪਸੈਟ ਕਰਨ ਵਾਲਾ, ਆਵਾਜ਼ਾਰ ਕਰਨ ਵਾਲਾ ਚੱਲਦਾ ਪਿਆ ਮਾਹੌਲ। ਤੇ ਇਸ ਪੁਲਸੀਏ ਤੇ ਹੁਣ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਮਾਮਲਾ ਦਰਜ ਕਰ ਲਿਆ ਤੇ ਕਾਫੀ ਇਹਦੇ ਵਾਸਤੇ ਹੁਣ ਮੁਸ਼ਕਲਾਂ ਖੜੀਆਂ ਹੋ ਜਾਣਗੀਆਂ। ਜੀ ਬਿਲਕੁਲ ਜੀ। ਦੇਖੋ ਨਾਲ ਦੀ ਟੀਚਰ ਹੀ ਜੇਕਰ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਸਮਾਜ ਨੂੰ ਸਿਰਜਣ ਦੀ, ਜੇਕਰ ਉਹੀ ਇਹਨਾਂ ਕੰਮਾਂ ਦੇ ਵਿੱਚ ਗਲਤਾਨ ਹੋ ਗਏ ਤਾਂ ਫਿਰ ਸਮਾਜ ਨੂੰ ਸਿਰਜੂਗਾ। ਆਪਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਗੱਲ ਕਰਕੇ ਹਟਿਆ ਮਿੰਟੂ ਜੀ, ਹੁਣ ਕਹਿੰਦੇ ਕਾਂਗਰਸੀਆਂ ਨੇ ਸ਼ਿਕਾਇਤ ਕੀਤੀ ਆਮ ਆਦਮੀ ਪਾਰਟੀ ਵਾਲਿਆਂ ਦੀ। ਹਾਂਜੀ, ਦੇਖੋ ਇਹਨਾਂ ਨੇ ਸ਼ਿਕਾਇਤ ਕੀਤੀ ਆ ਤੇ ਇਹਦੇ ਵਿੱਚ ਇਹਨਾਂ ਨੇ ਕਿਹਾ ਕਿ 21 ਨਵੰਬਰ ਤੋਂ 15 ਦਸੰਬਰ ਦੇ ਵਿੱਚ, ਯਾਨੀ 25 ਦਿਨਾਂ ਦੇ ਵਿੱਚ ਜਿਹੜੀਆਂ ਲਿਸਟਾਂ ਇਹਨਾਂ ਨੇ ਜਾਰੀ ਕੀਤੀਆਂ। ਹਾਂਜੀ, ਇਸ ਤੋਂ ਇਲਾਵਾ ਇਹਨਾਂ ਨੇ ਕੁਝ ਸਕੀਮਾਂ ਜਾਰੀ ਕਰ ਦਿੱਤੀਆਂ। ਸੰਜੀਵਨੀ ਤੇ ਮਹਿਲਾ ਸਮਾਨ ਯੋਜਨਾ ਨੂੰ ਲੈ ਕੇ ਜੋ ਇੱਕ ਨਿਊਜ਼ਪੇਪਰ ਦੇ ਵਿੱਚ ਨੋਟਿਸ ਜਾਰੀ ਕੀਤਾ ਗਿਆ, ਦਿੱਲੀ ਸਰਕਾਰ ਨੇ ਜੋ ਕੀਤਾ, ਤਾਂ ਇਸ ਦੇ ਵਿੱਚ ਕਿਹਾ ਗਿਆ ਕਿ ਲੋਕ ਇਹਨਾਂ ਦੀਆਂ ਜਿਹੜੀਆਂ ਯੋਜਨਾਵਾਂ ਉਹਨਾਂ ਦੇ ਬਹਿਕਾਵੇ 'ਚ ਨਾ ਆਉਣ, ਕਿਉਂਕਿ ਰਾਜ ਸਰਕਾਰ ਨੇ ਐਸੀ ਕੋਈ ਸਕੀਮ ਸ਼ੁਰੂ ਹੀ ਨਹੀਂ ਕੀਤੀ। ਮੈਂ ਦੁਬਾਰਾ ਜੀ ਮਤਲਬ ਕਿ ਯਾਨੀ ਤੁਹਾਨੂੰ ਪਤਾ ਹੈ ਨਾ ਕਿ ਉੱਥੇ ਸਰਕਾਰ ਜਿਹੜੀ ਹੈ ਉਹ ਚੱਲਦੀ ਹੈ LG ਦੇ ਨਾਲ। LG ਦੇ ਰੌਂਦ ਵਰਗੇ ਇਹੋ ਜਿਹੇ ਟਾਈਟਲ ਬਣਦੇ ਹੁੰਦੇ ਸੀ। LG ਦਾ ਰੌਂਦ ਵੀ ਆਉਂਦਾ ਹੁੰਦਾ ਸੀਗਾ, ਹੁਣ ਪਤਾ ਨਹੀਂ ਆਉਂਦਾ ਕਿ ਨਹੀਂ। LG ਦੇ ਪ੍ਰੋਡਕਟ ਵੀ ਆਉਂਦੇ ਨੇ ਇਲੈਕਟ੍ਰੋਨਿਕ ਦੇ ਵਿੱਚ। ਤਾਂ ਇੱਕ LG ਲੈਫਟੀਨੈਂਟ ਗਵਰਨਰ, ਯਾਨੀ ਜਿਹੜਾ ਉਪ ਰਾਜਪਾਲ ਕਹਿ ਲਓ ਇੱਕ ਤਰ੍ਹਾਂ ਦਾ ਹੁੰਦਾ, ਲੈਫਟੀਨੈਂਟ ਗਵਰਨਰ ਆਪਾਂ। ਪਰ ਉਹ ਜੋ ਵਿਧਾਨ ਸਭਾ ਹੈ ਦਿੱਲੀ ਦੀ ਹੈ, ਦਿੱਲੀ ਜਿਹੜਾ ਹੈ ਉਹ ਇੱਕ ਤਰ੍ਹਾਂ ਨਾਲ ਕੇਂਦਰੀ ਸ਼ਾਸਿਤ ਪ੍ਰਦੇਸ਼ ਹੈ, ਚੰਡੀਗੜ੍ਹ ਵਾਂਗੂ UT ਹੈ। ਪਰ ਉਹਦੇ ਕੋਲ ਕਿਉਂਕਿ ਆਪਣੀ ਵਿਧਾਨ ਸਭਾ, ਆਪਣੀ ਸਰਕਾਰ ਹੈ, ਉਹ ਥੋੜਾ ਜਿਹਾ 239 AA ਦੇ ਆਰਟੀਕਲ ਦੇ ਵਿੱਚ ਇੱਕ ਵੱਖਰੀ ਜਗ੍ਹਾ ਰੱਖਦਾ। ਪਰ ਉਹਦੇ ਉੱਤੇ ਇੱਕ ਤਰ੍ਹਾਂ ਨਾਲ ਜਿਹੜਾ LG ਆ ਉਹ ਇੱਕ ਹੋਰ ਸਰਕਾਰ ਬੈਠਾ ਹੁੰਦਾ। ਹੁਣ ਇਹਨਾਂ ਨੇ ਇਹ ਸਕੀਮ ਜਾਰੀ ਕਰ ਦਿੱਤੀ ਜੀ ਕਿ 2100 ਰੁਪਇਆ ਅਸੀਂ ਦੇਵਾਂਗੇ। ਤਾਂ ਉਹਨਾਂ ਨੇ ਨੋਟਿਸ ਕੱਢ ਦਿੱਤਾ ਅਖਬਾਰਾਂ ਦੇ ਵਿੱਚ ਕਿ ਭਾਈ ਇਹ ਸਰਕਾਰ ਐਸੀ ਸਕੀਮ ਲਿਆ ਹੀ ਨਹੀਂ ਸਕਦੀ, ਇਹਨਾਂ ਨੇ ਲਿਆਂਦੀ ਹੋਈ ਨਹੀਂ, ਨੋਟੀਫਿਕੇਸ਼ਨ ਹੀ ਨਹੀਂ ਜਾਰੀ ਹੋ ਸਕਦਾ। ਜੀ ਜੀ।
ਤਾਂ ਮਤਲਬ ਤੇ ਇਧਰੋਂ ਦੂਜੇ ਪਾਸਿਓਂ ਫਿਰ ਕਾਂਗਰਸ ਨੇ ਇਹਨਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਸਮਝਦੇ ਹੋ ਨਾ ਕਿ ਜੀ, ਜੀ। ਉਹ ਤਾਂ ਹੁਣ ਜਦੋਂ ਭੱਜਦਿਆਂ ਨੂੰ ਵਾਹ ਨਾ ਦਿੰਦੇ ਕਿ ਇੱਕੋ ਜਿਹੀ ਨਹੀਂ ਆ, ਤਾਂ ਕਾਂਗਰਸ ਨੇ ਕੇਜਰੀਵਾਲ ਦੇ ਖਿਲਾਫ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਉਹ ਕਹਿੰਦੇ ਕਿ ਬਈ ਇਹਨਾਂ ਨੇ ਧੋਖਾ ਦਿੱਤਾ ਹੈ। ਠੀਕ ਹੈ ਜੀ। ਤੋ ਜਿਹੜੇ ਇਹਨਾਂ ਦੇ ਯੂਥ ਦੇ ਕਾਂਗਰਸ ਦੇ ਆਗੂ ਆ ਅਕਸ਼ੇ, ਉਹਨਾਂ ਨੇ ਪਾਰਲੀਮੈਂਟ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਆ ਕਿ ਇਹਨਾਂ ਨੇ ਜੋ ਸਕੀਮ ਕਹਿ ਲਓ ਕਿ ਲੋਕਾਂ ਨੂੰ ਭਰਮਾਉਣ ਵਾਸਤੇ ਲਿਆਂਦੀ, ਐਕਚੁਅਲ 'ਚ ਉਹ ਸਕੀਮ ਆਈਓ ਹੀ ਨਹੀਂ ਤੇ ਇਹਨਾਂ ਨੇ ਉਹਦਾ ਪ੍ਰਚਾਰ ਕਰ ਦਿੱਤਾ, ਲੋਕਾਂ ਨੂੰ ਗੁੰਮਰਾਹ ਕੀਤਾ। ਤਾਂ ਕਹਾਣੀ ਵੇਖ ਲਓ ਹੁਣ ਉੱਥੇ ਵਿਗੜ ਗਈ ਆ ਕਿ ਕਿੱਥੇ ਇਹ ਆਮ ਆਦਮੀ ਪਾਰਟੀ ਵਾਲੇ ਤੇ ਕਾਂਗਰਸੀ ਆਪੋ ਵਿੱਚ ਦੀ ਖਿਚੜੀ ਸੀਗੇ, ਹਰਿਆਣੇ ਦੇ ਵਿੱਚ ਅੱਡੋ ਅੱਡ ਗਏ, ਤਾਂ ਹੁਣ ਉੱਥੇ ਦਿੱਲੀ 'ਚ ਵੀ ਅੱਡੋ ਅੱਡ ਜਾਣਾ ਇਹਨਾਂ ਨੇ, ਤਾਂ ਇੱਕ ਦੂਜੇ ਤੇ ਸ਼ਿਕਾਇਤਾਂ ਵੀ ਜਿਹੜੀਆਂ ਦਰਜ ਹੋਣੀਆਂ ਸ਼ੁਰੂ ਹੋ ਗਈਆਂ। ਪਰ ਜੇ ਮੰਨ ਲਓ ਇਹਨਾਂ ਨੇ ਕੋਈ ਸਕੀਮ ਨੋਟੀਫਾਈਡ ਨਹੀਂ ਕੀਤੀ, ਉੱਤੋਂ LG ਵਗੈਰਾ ਤੋਂ ਜੋ ਮਨਜ਼ੂਰੀ ਚਾਹੀਦੀ ਹੁੰਦੀ ਹੈ, ਜੇ ਉਹ ਨਹੀਂ ਹਾਸਲ ਹੋਈ ਤੇ ਸ਼ਿਕਾਇਤ ਦਰਜ ਹੋ ਗਈ ਆ, ਇਹਦਾ ਮਤਲਬ ਹੈ ਕਿ ਇਹਨਾਂ ਵਾਸਤੇ ਇੱਕ ਹੋਰ ਸਿਆਪਾ ਖੜਾ ਹੋ ਸਕਦਾ। ਜੀ ਬਿਲਕੁਲ। ਮਿੰਟੂ ਜੀ, ਲੁਧਿਆਣੇ ਤੋਂ ਖਬਰ ਆ ਰਹੀ ਹੈ ਵੀ 100 ਸਾਲ ਪੁਰਾਣੇ ਮੰਦਿਰ ਦੇ ਵਿੱਚ ਭੰਨਤੋੜ ਕੀਤੀ ਗਈ ਹੈ ਜੀ। ਦੇਖੋ ਇਹ ਬੜੀਆਂ ਮੰਦਭਾਗੀਆਂ ਖਬਰਾਂ ਨੇ ਪ੍ਰਵੀਨ ਜੀ, ਚਾਹੇ ਮੰਦਿਰ ਹੈ, ਮਸਜਿਦ ਹੈ, ਗੁਰੂ ਘਰ ਆ, ਕਿਤੇ ਵੀ ਇਸ ਤਰ੍ਹਾਂ ਦੀ, ਚਾਹੇ ਗਿਰਜਾ ਘਰ ਆ, ਮੈਂ ਤੇ ਕਹਿੰਦਾ ਕਿ ਕਿਤੇ ਵੀ ਬੇਅਦਬੀ ਦੀ ਘਟਨਾ ਜਿਹੜੀ ਉਹ ਨਹੀਂ ਹੋਣੀ ਚਾਹੀਦੀ। ਤਾਂ ਇਹ ਜਦੋਂ ਲੁਧਿਆਣੇ ਬੱਸ ਅੱਡੇ ਤੋਂ, ਮੈਨੂੰ ਨਹੀਂ ਪਤਾ ਤੁਸੀਂ ਕਿਤੇ ਗਏ ਹੋ ਕਿ ਨਹੀਂ, ਲੁਧਿਆਣਾ ਬੱਸ ਅੱਡਾ ਜਦੋਂ ਇਹਦੇ ਬਿਲਕੁਲ ਨਾਲ ਬਾਹਰਲੀ ਸਾਈਡ ਇੱਕ ਮੰਦਿਰ ਹੈ, ਤੇ ਅਸੀਂ ਤਾਂ ਲੁਧਿਆਣਾ ਭੁੱਲਦੇ ਹੀ ਨਹੀਂ, ਖਾਸ ਤੌਰ ਤੇ ਰੇਲਵੇ ਸਟੇਸ਼ਨ, ਬੱਸ ਵਾਲਾ ਅੱਡਾ। ਤਾਂ ਮਤਲਬ ਇਹ ਨਾ ਮੰਦਿਰ ਕਾਫੀ ਪੁਰਾਣਾ ਹੈ ਤੇ ਸਵੇਰੇ ਸ਼ਾਮ ਇੱਥੇ ਲੋਕ ਬਹੁਤ ਆਉਂਦੇ ਨੇ। ਤਾਂ ਦੱਸਦੇ ਆ ਕਿ ਇੱਥੇ ਭੰਨਤੋੜ ਕੀਤੀ ਆ, ਅੰਦਰ ਵੜਿਆ ਇੱਕ ਸ਼ਖਸ ਤੇ ਉਹਨੇ ਮਤਲਬ ਕਿ ਭਗਵਾਨ ਗਣੇਸ਼ ਜਿਹਦੀ ਪੂਜਾ ਕਰਦਾ ਹਿੰਦੂ ਭਾਈਚਾਰਾ, ਦੇਵੀ ਦੇਵਤਿਆਂ ਦੀਆਂ ਹੋਰ ਮੂਰਤੀਆਂ ਜਿਹੜੀਆਂ ਸੀਗੀਆਂ, ਸ਼ਿਵ ਦਾ ਤਰਸ਼ੂਲ ਇਤਿਆਦਿ ਕੇ ਤੋੜ ਦਿੱਤਾ ਸਾਰਾ ਸਮਾਨ। ਫਿਰ ਕੋਈ ਠੇਕੇਦਾਰ ਸੀਗਾ ਪਾਰਕਿੰਗ 'ਚ ਸਵੇਰੇ ਸਵੇਰੇ, ਉਹਨੇ ਇਹਨੂੰ ਦਬੋਚ ਲਿਆ ਤੇ ਕਾਫੀ ਕੁੱਟ ਕਟਾਪਾ ਹੋਇਆ। ਪਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹ ਜਿਹੜਾ ਇੰਕਸ਼ਾਫ ਹੋ ਗਿਆ ਉਹ ਇਹ ਆ ਕਿ ਇਹ ਉਕਤ ਵਿਅਕਤੀ ਹੈ ਜਿਹੜਾ ਦੋਸ਼ੀ ਆ, ਇਹ ਪੰਜਾਬ ਦਾ ਰਹਿਣ ਵਾਲਾ ਨਹੀਂ, ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ। ਇਸਨੇ ਕਿਸ ਮਨਸੂਬੇ ਨਾਲ ਕੀਤੀ ਹੈ ਇਹ ਕਾਰਵਾਈ, ਕਿਉਂ ਕੀਤੀ ਹੈ, ਤੇ ਜਾਂਚ ਪੜਤਾਲ ਦਾ ਵਿਸ਼ਾ ਹੈ। ਪਰ ਗੱਲ ਇਹ ਹੈ ਨਾ ਕਿ ਪ੍ਰਵੀਨ ਜੀ ਮਾਹੂ, ਜੇ ਹੱਥੇ ਨਾ ਚੜਦਾ, ਕਿਉਂਕਿ ਉੱਥੇ ਤੁਹਾਨੂੰ ਪਤਾ ਹੈ ਕਈ ਹਿੰਦੂ ਸੰਗਠਨ ਕੰਮ ਕਰਦੇ ਆ ਲੁਧਿਆਣੇ 'ਚ, ਤਾਂ ਫਿਰ ਗੱਲ ਉਹੀ ਆ ਜਾਂਦੀ ਆ। ਚਲੋ ਸਟ੍ਰੈਸ ਵਾਲਾ ਮਾਹੌਲ ਵੀ ਨਹੀਂ ਆਪਾਂ ਠੀਕ ਕਹਾਂਗੇ, ਹਿੰਦੂ ਸੰਗਠਨਾਂ ਦੀ ਕਹਿ ਲਓ ਜਾਂ ਠੀਕ ਆ ਸਿੱਖ ਸੰਗਠਨਾਂ ਦੀ ਇਹ ਖਾਸੀਅਤ ਵੀ ਆ, ਠੀਕ ਆ, ਇਹ ਇੱਕ ਦੂਜੇ ਪ੍ਰਤੀ ਗਰਮ ਖਿਆਲੀ ਵੀ ਰਹਿੰਦੇ ਆ। ਪਰ ਇਹਨਾਂ ਘਟਨਾਵਾਂ ਨੂੰ ਲੈ ਕੇ ਇਹ ਇੰਨੀਆਂ ਕੋਈ ਬੇਵਕੂਫੀਆਂ ਨਹੀਂ ਕਰਦੇ ਹੁੰਦੇ, ਇੱਕ ਦੂਜੇ ਤੇ ਕੋਈ ਚੜੋ ਖੱਤੀ ਕਰਦੇ ਨੇ, ਇਹਨੇ ਕਰਵਾਤਾ ਜੀ ਇਹਨੇ ਕਰਵਾਤਾ। ਤਿੰਨ ਚਾਰ ਬੰਦੇ ਉਹਨਾਂ ਨੂੰ ਛੱਡ ਕੇ ਬਾਕੀ ਤੇ ਸਾਰੇ ਠੀਕ ਠਾਕ। ਜੋ ਕੁਝ ਬੰਦੇ ਉਧਰ ਵੀ ਹੁੰਦੇ ਆ ਸਰ, ਕੁਝ ਉਧਰ ਵੀ ਹੁੰਦੇ, ਨਜ਼ਮੀ ਨੇ ਵੀ ਕਿਹਾ ਹੈ ਨਾ, ਕੁਝ ਇੱਧਰ ਵੀ ਨੇ ਤੇ ਕੁਝ ਉਧਰ। ਹਾਂਜੀ ਹਾਂਜੀ ਬਿਲਕੁਲ, ਉਹਨਾਂ ਨੂੰ ਛੱਡ ਦਈਏ, ਬਾਕੀ ਲੋਕ ਸਿਆਣਪ ਤੋਂ ਕੰਮ ਲੈਂਦੇ ਆ ਕਿ ਬੇਅਦਬੀ ਪਹਿਲਾਂ ਪਤਾ ਲੱਗੇ ਕਿ ਕਿਸ ਮਨਸ਼ਾ ਨਾਲ ਹੋਈ ਆ, ਕਿਸ ਮਨਸੂਬੇ ਨਾਲ ਹੋਈ ਆ, ਕੌਣ ਕਰਨ ਵਾਲੇ ਨੇ। ਪਰ ਗੱਲ ਇਹ ਆ ਕਿ ਇਹ ਫੜਿਆ ਗਿਆ, ਚਲੋ ਇਹ ਫੜਿਆ ਗਿਆ, ਨਹੀਂ ਤਾਂ ਕਈ ਸ਼ੱਕ ਸ਼ੁਬਾ ਹੁੰਦੇ, ਨਹੀਂ ਤਾਂ ਘੱਟੋ ਘੱਟ ਕੋਈ ਸ਼ਹਿਰ ਸ਼ੂਰ ਤੇ ਬੰਦ ਹੋਈ ਜਾਂਦਾ ਨਾ, ਉਹ ਵੀ ਤਾਂ ਨੁਕਸਾਨ ਹੈ ਪੰਜਾਬ ਦਾ। ਤਾਂ ਗੱਲ ਇਹ ਆ ਕਿ ਇਹ ਫੜਿਆ ਗਿਆ, ਇਹਦੀ ਜਾਂਚ ਪੜਤਾਲ ਜਿਹੜੀ ਹੋਣੀ ਚਾਹੀਦੀ ਹੈ ਕਿ ਇਸ ਨੂੰ ਕਿਸਨੇ ਭੇਜਿਆ, ਕਿਉਂ ਇਸਨੇ ਅਜਿਹਾ ਕੀਤਾ, ਤਾਂ ਖੁਦ ਹਿੰਦੂ ਭਾਈਚਾਰੇ ਤੋਂ ਲੱਗਦਾ। ਤਾਂ ਇਹ ਚੀਜ਼ਾਂ ਜਿਹੜੀਆਂ ਜਾਂਚ ਪੜਤਾਲ ਦੇ ਘੇਰੇ 'ਚ ਰੱਖ ਕੇ ਜ਼ਰੂਰ ਤੱਥਾਂ ਦੀ ਰੌਸ਼ਨੀ 'ਚ ਖੁੱਲ ਕੇ ਲੋਕਾਂ ਸਾਹਮਣੇ ਆਉਣੀਆਂ ਚਾਹੀਦੀਆਂ। ਬਿਲਕੁਲ ਮਿੰਟੂ ਜੀ, ਜਿੱਦਾਂ ਹਿੰਦੂ ਜਾਂ ਸਿੱਖ ਜਾਂ ਹੋਰ ਕੋਈ ਵੀ ਫਿਰਕਾ ਜਾਂ ਧਰਮ ਜਿਹੜਾ ਉਹ ਆਪਣੇ ਇਸ ਤਰ੍ਹਾਂ ਦੇ ਸ਼ਰਾਰਤੀ ਆਨਸਰਾਂ ਨੂੰ ਗਲਤ ਨੂੰ ਗਲਤ ਕਹਿਣ ਲੱਗ ਪਊ ਨਾ, ਉਦੋਂ ਇਹਨਾਂ ਨੂੰ ਠੱਲ ਵੀ ਪੈ ਜਾਊਗੀ। ਜਦੋਂ ਆਪਾਂ ਹੱਲਾਸ਼ੇਰੀ ਦਿੰਦੇ ਭਾਵੇਂ ਕਿਸੇ ਵੀ ਧਿਰ ਦੇ ਵਿੱਚ ਹੈ, ਜਦੋਂ ਆਪਾਂ ਉਹਨਾਂ ਦੀਆਂ ਕਲਿੱਪਾਂ ਸ਼ੇਅਰ ਕਰਦੇ ਇੰਟਰਵਿਊ ਦੇ ਥੱਲੇ, ਉਹ ਕਹਿੰਦੇ ਨੇ ਬੋਲ ਕਬੋਲ ਕਰੀ ਜਾਂਦੇ, ਥੱਲੇ ਕਹਿੰਦੇ ਚੱਕ ਦੇ ਫੱਟੇ ਕਰਦੇ, ਫਿਰ ਉਹ ਉਹਨਾਂ ਨੂੰ ਹੌਸਲਾ ਅਫਜ਼ਾਈ ਮਿਲਦੀ ਹੈ ਜੀ, ਉਹ ਹੋਰ ਮਾਹੌਲ ਖਰਾਬ ਕਰਦੇ। ਨਹੀਂ ਬਿਲਕੁਲ, ਦੇਖੋ ਜੇ ਅਸੀਂ ਆਪਣੇ ਧਰਮ ਦਾ ਸਤਿਕਾਰ ਕਰਦੇ ਹਾਂ, ਚਾਹੁੰਦੇ ਹਾਂ ਦੋਏ ਚੀਜ਼ਾਂ, ਤਾਂ ਸਾਨੂੰ ਦੂਜਿਆਂ ਦਾ ਵੀ ਖਿਆਲ ਰੱਖਣਾ ਚਾਹੀਦਾ। ਮੇਰਾ ਇਹ ਮੰਨਣਾ, ਧਾਰਮਿਕ ਹੈ ਹੀ ਤੁਸੀਂ ਤਾਂ ਜਦੋਂ ਤੁਸੀਂ ਸਾਰਿਆਂ ਦਾ ਸਤਿਕਾਰ ਕਰਦੇ ਹੋ, ਸਾਰਿਆਂ ਦਾ ਖਿਆਲ ਕਰਦੇ ਹੋ ਜੀ। ਜੀ ਬਿਲਕੁਲ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਸਰ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਹਾਲੇ ਹੋਰ ਵੀ ਨੇ,
ਖਬਰਾਂ, ਕਿਉਂਕਿ ਆਪਾਂ ਪਿਛਲੇ 2014 ਤੋਂ ਪ੍ਰਧਾਨ ਮੰਤਰੀ ਸਾਹਿਬ ਨਰਿੰਦਰ ਮੋਦੀ ਬਣੇ ਨੇ, ਉਸ ਤੋਂ ਪਹਿਲਾਂ ਵੀ ਭਾਰਤੀ ਨਿਜ਼ਾਮ ਜਿਹੜਾ ਉਹ ਅਸਹਿਮਤੀ ਨੂੰ ਬਹੁਤ ਘੱਟ ਸਵੀਕਾਰ ਕਰਦਾ, ਉਹਦੇ ਲਈ ਅਸਹਿਮਤੀ ਦੇ ਲਈ ਉਹਦੇ 'ਚ ਥਾਂ ਘੱਟ ਹੈ। ਹੁਣ ਇਹਨਾਂ ਨੇ CRPF ਇੱਕ ਰਿਪੋਰਟ ਦੇ ਮੁਤਾਬਕ, ਕਿਉਂਕਿ ਉਹ ਰਿਪੋਰਟ ਜਿਹੜੀ ਹੈ ਇੱਕ ਵੈਬਸਾਈਟ ਨੇ ਕੱਢ ਕੇ ਲਿਆਂਦੀ ਹੈ ਤੇ ਉਹਨਾਂ ਨੇ ਖਾਸੀ ਇਹਦੇ ਤੇ ਰਿਸਰਚ ਕੀਤੀ ਹੈ। ਉਸ ਰਿਪੋਰਟ ਦੇ ਮੁਤਾਬਕ ਇਹਨਾਂ ਨੇ CRPF ਦੀ ਮਦਦ ਦੇ ਨਾਲ ਉਹਨਾਂ ਲੋਕਾਂ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਹੜੇ ਲੋਕ ਕਿਸੇ ਵੀ ਤਰ੍ਹਾਂ ਦੇ ਸੰਘਰਸ਼, ਚਾਹੇ ਉਹ ਮਾਓਵਾਦੀ ਲੜ ਰਹੇ ਨੇ, ਚਾਹੇ ਉਹ ਨਕਸਲੀ ਲੜ ਰਹੇ ਨੇ, ਚਾਹੇ ਉਹ ਮੋਦੀ ਸਰਕਾਰ ਦੇ ਗਲਤ ਪ੍ਰੋਪੇਗੈਂਡਾ ਨੂੰ ਐਕਸਪੋਜ਼ ਕਰਨ ਦੇ ਲਈ ਕੋਈ ਮੀਡੀਆ ਅਦਾਰਾ ਰਿਸਰਚ ਕਰ ਰਿਹਾ, ਚਾਹੇ ਕੋਈ ਪੱਤਰਕਾਰ ਹੈ, ਚਾਹੇ ਕੋਈ ਉਹ ਬੁੱਧੀਜੀਵੀ ਹੈ, ਵਿਦਵਾਨ ਹੈ, ਚਾਹੇ ਕੋਈ ਸੋਸ਼ਲ ਵਰਕਰ ਹੈ, ਕੋਈ ਵੀ ਹੈ, ਉਹਨਾਂ ਦੀ ਪਛਾਣ ਕਰਨ ਦੇ ਲਈ ਤੇ ਉਹਨਾਂ ਦੇ ਨੈਟਵਰਕ ਨੂੰ ਤੋੜਨ ਦੇ ਲਈ ਇਹਨਾਂ ਨੇ CRPF ਦੀ ਜਿਹੜੀ ਆ ਉਹ ਡਿਊਟੀ ਲਾਈ ਆ। ਤੇ ਇਹਦੇ ਵਿੱਚ ਇਹਨਾਂ ਨੇ ਕਿਹਾ, ਇਹਨੂੰ ਜਿਹੜਾ ਨਾਮ ਦਿੱਤਾ, ਸਿਰਲੇਖ ਦਿੱਤਾ, ਉਸ ਦੇ ਵਿੱਚ ਇਹਨਾਂ ਨੇ ਕਿਹਾ ਵੀ ਸ਼ਹਿਰੀ ਨਕਸਲੀਆਂ ਤੇ ਓਵਰਗਰਾਊਂਡ ਜਿਹੜੇ ਮਾਓਵਾਦੀ ਰਣਨੀਤੀਕਾਰਾਂ ਤੇ ਉਹਨਾਂ ਦੀ ਹਮਦਰਦਾਂ ਦੀ ਪਛਾਣ, ਇਹ ਉਹਨਾਂ ਨੂੰ ਸਿਰਲੇਖ ਦਿੱਤਾ ਗਿਆ। ਇਸ ਰਿਪੋਰਟ ਦੇ ਉੱਤੇ ਆਪਾਂ ਚਰਚਾ ਕਰਾਂਗੇ, ਇਸ ਰਿਪੋਰਟ ਦੇ ਵਿੱਚ ਅੱਗੇ ਕੀ ਹੈ ਤੇ ਹੋਰ ਇਹਨਾਂ ਨੇ ਕਦੋਂ-ਕਦੋਂ ਜਿਹੜੇ ਇਸ ਤਰ੍ਹਾਂ ਦੇ ਕੰਮ ਕੀਤੇ ਨੇ ਤੇ ਉਹਨਾਂ ਦੇ ਬਾਰੇ ਆਪਾਂ ਤੁਹਾਨੂੰ ਦੱਸਾਂਗੇ। ਤੇ ਨਾਲ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਿਹੜਾ ਆਪਣਾ ਪੰਜਾਬ ਹੈ, ਜਿਸ ਖਿੱਤੇ ਦੇ ਵਿੱਚੋਂ ਅਸੀਂ ਆਉਣੇ ਆ, ਇਹ ਪੰਜਾਬ ਨਾਬਰ ਹੈ ਤੇ ਇਹ ਬਾਕੀ ਹੈ। ਇਸ ਤਰ੍ਹਾਂ ਦੀ ਕੋਈ ਮੋਦੀ ਜਾਂ ਕੋਈ ਹੋਰ ਕਿਸੇ ਦੀ ਪਰਵਾਹ ਨਹੀਂ ਕਰਦਾ ਵਿਅਕਤੀ ਵਿਸ਼ੇਸ਼। ਪਹਿਲਾਂ ਵੀ ਤੁਸੀਂ ਦੇਖ ਲਓ ਕਿ ਅੱਜ ਤਾਂ ਚਲੋ ਅਕਾਲੀ ਦਲ ਦਾ ਜੋ ਮੰਤਰਾ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ, ਕੁਝ ਲੁਕਿਆ ਨਹੀਂ ਹੈ, ਪਰ ਅਕਾਲੀ ਦਲ ਨੇ ਹੀ ਐਮਰਜੈਂਸੀ ਦੇ ਵਿਰੁੱਧ ਜੇ ਕਿਸੇ ਨੇ ਸਭ ਤੋਂ ਪਹਿਲਾਂ ਆਵਾਜ਼ ਬੁਲੰਦ ਕੀਤੀ ਸੀ ਤਾਂ ਉਹ ਸ਼੍ਰੋਮਣੀ ਅਕਾਲੀ ਦਲ, ਬਾਦਲ ਨਹੀਂ, ਮਾਫ ਕਰਨਾ, ਸ਼੍ਰੋਮਣੀ ਅਕਾਲੀ ਦਲ, ਜਿਹੜੀ ਕਿ ਪੰਜਾਬੀਆਂ ਦੀ ਪਾਰਟੀ ਸੀ, ਸਿੱਖਾਂ ਦੀ ਪਾਰਟੀ ਸੀ, ਪੰਜਾਬੀਆਂ ਦੇ ਰੱਤ ਦੇ ਨਾਲ ਸਿੰਜੀ ਪਾਰਟੀ ਸੀ, ਉਹਨਾਂ ਨੇ ਕੀਤਾ ਸੀਗਾ। ਸੋ ਖੈਰ, ਹਾਕਮ ਧਿਰ ਕਈ ਵਾਰੀ ਇਹ ਜਿਹੜਾ ਉਹ ਪਾਲ ਲੈਂਦੀ ਹੈ, ਜਾਂ ਕਿ ਭੰਬਲ ਭੂਸਾ ਕਹਿ ਲਓ, ਜਾਂ ਇੱਕ ਵਹਿਮ ਪਾਲ ਲੈਂਦੀ ਹੈ, ਕਹਿ ਸਕਦੇ ਹਾਂ ਆਪਾਂ, ਵਹਿਮ ਸਹੀ ਸ਼ਬਦ ਆ, ਕਿ ਸ਼ਾਇਦ ਸਾਡੇ ਵਿਰੁੱਧ ਕਿਹੜਾ ਕਿਸੇ ਨੇ ਉੱਠਣਾ, ਸਾਡੀ ਕਿਹੜਾ ਕਿਸੇ ਨੇ ਬਾਂਹ ਫੜ ਲੈਣੀ ਹੈ। ਪਰ ਲੋਕ ਭੁਲੇਖੇ ਤੋੜ ਦਿੰਦੇ ਨੇ, ਲੋਕ ਦੱਸ ਦਿੰਦੇ ਨੇ ਕਿ ਅਸੀਂ ਜਦੋਂ ਉੱਠੇ ਤਾਂ ਤੁਹਾਨੂੰ ਸਾਰੇ ਭੁਲੇਖੇ ਜਿਹੜੇ ਤੁਹਾਡੇ ਦੂਰ ਕਰ ਦਿਆਂਗੇ। ਸੋ ਇਸ ਤਰ੍ਹਾਂ ਜਿਹੜੀਆਂ ਇਹ ਰਿਪੋਰਟ ਦੇ ਉੱਤੇ ਆਪਾਂ ਚਰਚਾ ਕਰਾਂਗੇ। ਇਹਦੇ ਨਾਲ ਕਦੋਂ-ਕਦੋਂ ਇਸ ਤਰ੍ਹਾਂ ਦੀਆਂ ਅਸਹਿਮਤੀ ਦੀਆਂ ਆਵਾਜ਼ਾਂ, ਜਾਂ ਉਹ ਆਵਾਜ਼ਾਂ ਜਿਹੜੀਆਂ ਨਿਆਂ ਦੀ ਮੰਗ ਕਰਦੀਆਂ, ਜਿਹੜੀਆਂ ਜ਼ੁਲਮ ਨੂੰ ਰੋਕਣ ਦੀ ਗੱਲ ਕਰਦੀਆਂ, ਹੱਕ ਹਕੂਕ ਦੀ ਗੱਲ ਕਰਦੀਆਂ, ਉਹਨਾਂ ਨੂੰ ਕਿਵੇਂ-ਕਿਵੇਂ ਦਬਾਇਆ ਗਿਆ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਜਿਹੜੀ ਕੀਤੀ ਸੀ ਸੀਆਰਪੀਐਫ ਦੀ ਡਿਊਟੀ ਲਾਈ ਗਈ ਹੈ ਮੋਦੀ ਸਰਕਾਰ ਵੱਲੋਂ ਉਹਨਾਂ ਲੋਕਾਂ ਤੇ ਜਿਹੜੇ ਲੋਕ ਸਮਾਜ ਦੇ ਵਿੱਚ ਜਾਂ ਤਾਂ ਕਿਸੇ ਤਰ੍ਹਾਂ ਦੀ ਵਿਸਲ ਬਲੋਰਿੰਗ ਕਰਦੇ ਨੇ। ਵਿਸਲ ਬਲੋਰਿੰਗ ਦਾ ਮਤਲਬ ਕਿ ਸਰਕਾਰ ਦੇ ਮਾੜੇ ਕੰਮਾਂ ਨੂੰ ਉਜਾਗਰ ਕਰਦੇ ਨੇ, ਮਾੜੀਆਂ ਪਾਲਿਸੀਆਂ ਨੂੰ ਲੋਕਾਂ ਸਾਹਮਣੇ ਰੱਖਦੇ ਨੇ, ਜਾਂ ਮਾੜੇ ਬਿਆਨਾਂ ਨੂੰ ਜਿਹੜੇ ਭਾਈਚਾਰਕ ਸਾਂਝ ਦੇ ਲਈ ਖਤਰਾ ਬਣਦੇ ਨੇ, ਜਾਂ ਉਹਨਾਂ ਏਜੰਡਿਆਂ ਨੂੰ ਐਕਸਪੋਜ਼ ਕਰਦੇ ਨੇ ਜਿਹੜੇ ਏਜੰਡੇ ਸਰਕਾਰ ਨਹੀਂ ਚਾਹੁੰਦੀ ਕਿ ਸਾਡੇ ਐਕਸਪੋਜ਼ ਹੋਣ, ਜਾਂ ਕਿਸੇ ਤਰੀਕੇ ਨਾਲ ਕਿਸੇ ਸੰਘਰਸ਼ ਦੀ ਹਮਾਇਤ ਕਰਦੇ ਨੇ, ਮਸਲਨ ਕਿਸਾਨੀ ਸੰਘਰਸ਼ ਜਾਂ ਕੋਈ ਹੋਰ, ਜਾਂ ਕਿਸੇ ਵੀ ਤਰੀਕੇ ਦੀ ਉਹ ਗੱਲ ਜਿਹੜੀ ਸਰਕਾਰ ਜਾਂ ਸਟੇਟ ਨਹੀਂ ਚਾਹੁੰਦੀ ਕਿ ਬਾਹਰ ਨਿਕਲੇ। ਮਸਲਨ ਕਿਸੇ ਧਿਰ ਦੇ ਉੱਤੇ, ਕਿਸੇ ਕੌਮ ਦੇ ਉੱਤੇ ਕੋਈ ਜ਼ੁਲਮ ਹੋ ਰਿਹਾ ਤਾਂ ਉਹਦੇ ਨਾਲ ਖੜ ਕੇ ਉਹਨੂੰ ਸਹਿਮਤੀ ਦੇਣੀ ਕਿ ਹਾਂ ਇਹਨਾਂ ਦੇ ਉੱਤੇ ਹੋ ਰਿਹਾ ਤੇ ਉਹਨਾਂ ਦੀ ਗੱਲ ਕਰਨੀ। ਨਾ ਸਿਰਫ ਪੰਜਾਬ ਬਲਕਿ ਭਾਰਤ ਦੇ ਵਿੱਚ ਹੋਰ ਬਹੁਤ ਸਾਰੇ ਖਿੱਤੇ ਨੇ ਜਿਨ੍ਹਾਂ ਦੀ ਭਾਰਤ ਦੇ ਸਰਕਾਰ ਨਾਲ ਹੀ ਨਹੀਂ ਬਲਕਿ ਉੱਥੋਂ ਦੇ ਸੰਵਿਧਾਨ ਦੇ ਨਾਲ, ਕਨਸਟੀਟਿਊਸ਼ਨਲੀ ਤੇ ਨਾਲ ਹੀ ਉੱਥੋਂ ਦੀ ਸਟੇਟ ਦੇ ਨਾਲ ਕੋਈ ਜਿਹੜੀ ਆਪਣੀ ਰਾਏ ਆ ਉਹ ਨਹੀਂ ਮਿਲਦੀ। ਮਤਲਬ ਕਿ ਉਹਨਾਂ ਦੇ ਵਿੱਚ ਅਲੈਹਦਗੀ ਦੀ ਭਾਵਨਾ। ਇਹ ਜਿਹੜੀ ਅਲੈਹਦਗੀ ਦੀ ਭਾਵਨਾ ਉਹ ਜੰਮੂ ਕਸ਼ਮੀਰ ਦੇ ਵਿੱਚ ਵੀ ਆਪਾਂ ਦੇਖਦੇ ਹਾਂ। ਉਹਨਾਂ ਦਾ ਤਾਂ ਦਰਜਾ ਹੀ ਖਤਮ ਕਰਤਾ 370 ਧਾਰਾ ਹਟਾ ਕੇ। ਤੇ ਅਲੈਹਦਗੀ ਦੀ ਭਾਵਨਾ ਆਪਾਂ ਉੱਤਰ ਭਾਰਤ ਦੇ ਕੁਝ ਰਾਜਾਂ ਦੇ ਵਿੱਚ ਵੀ ਦੇਖਦੇ ਹਾਂ, ਨਾਗਾਲੈਂਡ ਜਾਂ ਹੋਰਾਂ ਇਲਾਕਿਆਂ ਦੇ ਵਿੱਚ ਵੀ ਦੇਖਦੇ ਹਾਂ, ਦੱਖਣ ਦੇ ਵਿੱਚ ਵੀ ਦੇਖਦੇ ਹਾਂ ਤੇ ਪੰਜਾਬ ਦੇ ਵਿੱਚ ਵੀ ਦੇਖਦੇ ਹਾਂ। ਪਰ ਕਿਤੇ ਵੀ ਜਿਹੜੀ ਅਲੈਹਦਗੀ ਦੀ ਭਾਵਨਾ ਉਹ ਵਾਇਲੈਂਟ ਹੋਏ ਬਿਨਾਂ ਨਹੀਂ ਰਹਿ ਸਕੀ, ਉਹ ਨਹੀਂ ਬਚੀ, ਚਾਹੇ ਉਹ ਆਪਾਂ ਪੰਜਾਬ ਦੀ ਗੱਲ ਕਰ ਲਈਏ ਚਾਹੇ ਹੋਰ। ਹੁਣ ਇਹਨਾਂ ਨੇ ਕੀ ਕੀਤਾ ਅਸਲ ਦੇ ਵਿੱਚ? ਸਭ ਤੋਂ ਵੱਡਾ ਕੰਮ ਹੁੰਦਾ ਕਿ ਕਿਸੇ ਵੀ ਧਾਰਾ ਜਾਂ ਕਿਸੇ ਵੀ ਸੰਘਰਸ਼ ਨੂੰ ਜੇਕਰ ਤੁਸੀਂ ਉਹਨੂੰ ਦਬਾਉਣਾ, ਉਹਦਾ ਸਭ ਤੋਂ ਵੱਡਾ ਜਿਹੜਾ ਹਥਿਆਰ ਆ ਉਹ ਹੈ ਕਿ ਉਹਨੂੰ ਲੋਕ ਹਮਾਇਤ ਨਾ ਮਿਲੇ। ਜਿਵੇਂ ਕਿਸਾਨੀ ਅੰਦੋਲਨ ਨੂੰ ਲੋਕ ਹਮਾਇਤ ਮਿਲੀ ਸੀ ਨਾ, ਉਹ ਸਰਕਾਰਾਂ ਤਾਂ ਨਹੀਂ ਚਾਹੁੰਦੀਆਂ ਸੀ, ਪਰ ਲੋਕਾਂ ਨੂੰ ਜਿਵੇਂ ਜਿਵੇਂ ਪਤਾ ਲੱਗਿਆ ਕਿ ਇਹ ਲੋਕ ਸੰਘਰਸ਼ ਕਰ ਰਹੇ ਨੇ, ਸੜਕਾਂ ਤੇ ਬੈਠੇ ਨੇ, ਆਪਦੀ ਪਕਾ ਕੇ ਖਾਂਦੇ ਨੇ, ਕਿਸੇ ਨੂੰ ਮੰਦਾ ਚੰਗਾ ਨਹੀਂ ਬੋਲਦੇ, ਕਿਸੇ ਦੇ ਵਿਰੁੱਧ ਬਿਆਨਬਾਜ਼ੀ ਨਹੀਂ ਕਰਦੇ, ਤੇ ਇਹ ਬੜੇ ਸ਼ਾਂਤ ਚਿੱਤ ਜਿਹੇ ਲੋਕ ਨੇ। ਉਹਨਾਂ ਨੇ ਉਸ ਤੋਂ ਬਾਅਦ ਉਸ ਅੰਦੋਲਨ ਨੂੰ ਹਮਾਇਤ ਦੇਣੀ ਸ਼ੁਰੂ ਕਰ ਦਿੱਤੀ। ਤਾਂ ਇਸੇ ਤਰ੍ਹਾਂ ਜਿਹੜੇ ਹੋਰ ਸੰਘਰਸ਼ ਉਹਨਾਂ ਨੂੰ ਥੱਲੇ ਲਾਉਣ ਦੇ ਲਈ ਸਰਕਾਰਾਂ ਦੇ ਆਪਦੇ ਬੰਦੇ ਕਈ ਵਾਰੀ ਜਿਹੜੇ ਨੇ ਉਹ ਉਹਦੇ ਵਿੱਚ ਵੜ ਕੇ ਤੇ ਫਿਰ ਉਹ ਜੇ ਕੰਮ ਕਰ ਜਾਂਦੇ ਨੇ। ਸ਼ੱਕੀ ਬੰਦੇ ਸ਼ੰਭੂ ਤੇ ਖਨੌਰੀ ਤੇ ਵੀ ਫੜੇ ਗਏ ਆ। ਸ਼ੱਕੀ ਬੰਦੇ ਕਿਸਾਨ ਅੰਦੋਲਨ ਦੇ ਵਿੱਚ ਵੀ ਫੜੇ ਜਾਂਦੇ ਸੀ, ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਸੀ, ਥਿਊਰੀ ਦਿੱਤੀ ਜਾਂਦੀ ਸੀਗੀ ਕਿ ਇਹ ਪਲਾਂਟ ਕੀਤੇ ਗਏ ਨੇ, ਇਹਨਾਂ ਨੂੰ ਵਿੱਚ ਵਾੜਿਆ ਗਿਆ। ਹੁਣ ਕਹਿੰਦੇ ਕਿ ਜਿਹੜੇ ਸ਼ਹਿਰੀ ਨਕਸਲੀ ਹੈ, ਸ਼ਹਿਰੀ ਨਕਸਲੀ ਸ਼ਬਦ ਕਿਹਨਾਂ ਦੇ ਲਈ ਹੈ? ਜਿਹੜੇ ਲੋਕ ਖੱਬੇ ਪੱਖੀ ਵਿਚਾਰਧਾਰਾ ਤੋਂ ਆਉਂਦੇ ਨੇ। ਤੇ ਇਹ ਅਰਬਨ ਨਕਸਲ ਜਿਹੜਾ ਸ਼ਬਦ ਹੈ ਇਹ ਸੱਜੇ ਪੱਖੀਆਂ ਦੀ ਘਾੜਤ ਹੈ, ਜਿਹੜੇ ਕੱਟੜ ਲੋਕ ਨੇ ਉਹਨਾਂ ਦੀ ਘਾੜਤ ਹੈ। ਤੇ ਇਹਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਜਿਹੜੇ ਆਗੂ ਨੇ ਭਾਜਪਾ ਦੇ, ਦੇਸ਼ ਦੀ ਸੁਰੱਖਿਆ ਦੇ ਲਈ ਸਭ ਤੋਂ ਵੱਡਾ ਖਤਰਾ ਪ੍ਰਚਾਰਦੇ ਨੇ। ਤੇ ਹੁਣ ਤਾਂ ਮਹਾਰਾਸ਼ਟਰ ਦੀਆਂ ਚੋਣਾਂ ਦੇ ਵਿੱਚ ਤਾਂ ਮੋਦੀ ਸਾਹਿਬ ਨੇ ਤਾਂ ਕਹਿੰਦਾ ਸੀਗਾ ਕਿ ਕਾਂਗਰਸ ਵੀ ਅਰਬਨ ਨਕਸਲੀਆਂ ਦਾ ਜਿਹੜਾ ਗੈਂਗ ਆ ਉਹ ਕਾਂਗਰਸ ਚਲਾ ਰਿਹਾ। ਜਿਹੜੀ ਸੀਆਰਪੀਐਫ ਆ ਉਹ ਮਾਓਵਾਦੀਆਂ ਦੇ ਵਿਰੁੱਧ ਲੜਨ ਵਾਲੀ ਮੁੱਖ ਫੋਰਸ ਆ ਤੇ ਇਹ ਜੰਮੂ ਕਸ਼ਮੀਰ ਤੇ ਉੱਤਰ ਪੂਰਬ ਦੇ ਵਿੱਚ ਵਿਦਰੋਹੀਆਂ ਦੇ ਨਾਲ ਨਜਿੱਠਦੀ ਆ। ਗ੍ਰਹਿ ਮੰਤਰਾਲੇ ਨੇ ਹੁਣ ਇਸ ਦੀ ਮਾਓਵਾਦੀਆਂ ਦੇ ਸ਼ਹਿਰਾਂ ਦੇ ਵਿੱਚ ਰਹਿੰਦੇ ਰਾਜਨੀਤਿਕਾਰਾਂ ਤੇ ਹਮਦਰਦਾਂ ਦੇ ਮਗਰ ਪੈਣ ਦੀ ਡਿਊਟੀ ਲਾ ਦਿੱਤੀ ਹੈ। ਇਹਦੇ ਮੁਤਾਬਕ, ਰਿਪੋਰਟ ਦੇ ਮੁਤਾਬਕ, ਇੰਟੈਲੀਜੈਂਸ ਰਿਪੋਰਟਾਂ ਨੇ ਕਿ ਮਾਓਵਾਦੀਆਂ ਦੀਆਂ ਕਈ ਫਰੰਟ ਜਥੇਬੰਦੀਆਂ, ਐਨਜੀਓਜ਼ ਤੇ ਸਿਵਲ ਸੁਸਾਇਟੀਆਂ ਦੇ ਭੇਸ ਦੇ ਵਿੱਚ ਉਹ ਕਹਿੰਦੇ ਕਿ ਕੋਲਕਾਤਾ, ਦਿੱਲੀ, ਮੁੰਬਈ, ਰਾਂਚੀ, ਹੈਦਰਾਬਾਦ, ਚੰਡੀਗੜ੍ਹ, ਮਦੁਰਾਈ, ਨਾਗਪੁਰ, ਪੁਣੇ ਤੇ ਤਿਰੂਵਨੰਤਪੁਰਮ ਦੇ ਵਿੱਚ ਸਰਗਰਮ ਨੇ। ਇਹ ਜੰਗਲਾਂ ਦੇ ਵਿੱਚ ਜਿਹੜੇ ਹਥਿਆਰਬੰਦ ਸੰਘਰਸ਼ ਕਰ ਰਹੇ ਨੇ ਉਹਨਾਂ ਦੀ ਮਦਦ ਕਰਦੀਆਂ ਨੇ ਤੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਮਾਓਵਾਦੀਆਂ ਦੀਆਂ ਸਫਾਂ ਦੇ ਵਿੱਚ ਸ਼ਾਮਲ ਹੋਣ ਦੇ ਲਈ ਪ੍ਰੇਰਦੀਆਂ ਨੇ। ਹੁਣ ਕਿਸੇ ਵੀ ਸੰਘਰਸ਼ ਨੂੰ ਤੁਸੀਂ ਜੇਕਰ ਤਾਂ ਦੇਖੋਗੇ ਸਰਕਾਰੀ ਐਂਗਲ ਦੇ ਨਾਲ ਤਾਂ ਉਹ ਤੁਹਾਨੂੰ ਉਸ ਤਰ੍ਹਾਂ ਦਾ ਨਜ਼ਰ ਆਊਗਾ, ਐਂਟੀ ਨੇਸ਼ਨ ਨਜ਼ਰ ਆਊਗਾ। ਤੇ ਉਹ ਇਸ ਤਰ੍ਹਾਂ ਦਾ ਨਜ਼ਰ ਆਊਗਾ ਕਿ ਬਈ ਜਿਵੇਂ ਪਹਿਲਾਂ ਕਿਹਾ ਗਿਆ ਕਿ ਇੰਦਰਾ ਗਾਂਧੀ ਨੂੰ ਖਤਰਾ, ਜਵਾਹਰ ਲਾਲ ਨਹਿਰੂ ਨੂੰ ਖਤਰਾ, ਉਵੇਂ ਹੁਣ ਮੋਦੀ ਨੂੰ ਖਤਰਾ ਵਜੋਂ ਪ੍ਰਚਾਰਿਆ ਜਾਂਦਾ। ਪਰ ਇਸ ਖਤਰੇ ਨੂੰ ਟੈਕਲ ਕਰਨ ਦੀ ਆੜ ਦੇ ਵਿੱਚ, ਇਹਦੇ ਨਾਲ ਨਜਿੱਠਣ ਦੀ ਆੜ ਦੇ ਵਿੱਚ ਉਹਨਾਂ ਲੋਕਾਂ ਨਾਲ ਕੀ ਕੁਝ ਹੋ ਰਿਹਾ ਇਹਦੇ ਬਾਰੇ ਕੋਈ ਗੱਲ ਨਹੀਂ। ਉਹਨਾਂ ਨਾਲ ਅਣਮਨੁੱਖੀ ਵਿਹਾਰ, ਅਣਮਨੁੱਖੀ ਤਸ਼ੱਦਦ, ਅਣਮਨੁੱਖੀ ਵਤੀਰਾ, ਅਣਮਨੁੱਖੀ ਉਹਨਾਂ ਦੇ ਨਾਲ ਜਿਹੜਾ ਉਹ ਬਿਹੇਵ ਕੀਤਾ ਜਾਂਦਾ, ਜਿਹਦੇ ਤਹਿਤ ਉਹਨਾਂ ਨੂੰ ਸਜ਼ਾਵਾਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਨਾ ਛੱਡਣਾ ਤੇ ਜਦੋਂ ਫੜ ਲੈਣਾ ਹਿਰਾਸਤ ਦੇ ਵਿੱਚ ਰੱਖਣਾ ਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਉਹਨਾਂ ਨੂੰ ਕਤਲ ਕਰ ਦੇਣਾ। ਹਿਰਾਸਤੀ ਮੌਤਾਂ ਇਹ ਇਸੇ ਸਿਲਸਿਲੇ ਦੇ ਵਿੱਚ ਕਹੀਆਂ ਜਾਂਦੀਆਂ। ਕਿੰਨੀ ਹਾਸੋਹੀਣੀ ਗੱਲ ਆ ਵੀ ਜਿਹੜਾ ਗ੍ਰਹਿ ਮੰਤਰਾਲਾ ਉਹ ਮਾਰਚ 2020 ਦੇ ਵਿੱਚ ਇਹ ਗੱਲ ਕਹਿੰਦਾ ਸੰਸਦ ਦੇ ਵਿੱਚ ਖੜ ਕੇ ਕਿ ਅਸੀਂ ਅਰਬਨ ਨਕਸਲ ਜਿਹੜਾ ਸ਼ਬਦ ਆ ਨਹੀਂ ਵਰਤਦੇ, ਪਰ ਮੋਦੀ ਆਪਣੇ ਵਿਰੋਧੀਆਂ ਨੂੰ ਭੰਡਣ ਦੇ ਲਈ ਅਕਸਰ ਇਹ ਸ਼ਬਦ ਵਰਤਦੇ ਨੇ। ਅਰਬਨ ਨਕਸਲ ਸ਼ਬਦ 2018 ਦੇ ਵਿੱਚ ਉਦੋਂ ਜਿਹੜਾ ਪ੍ਰਚਲਿਤ ਹੋਇਆ ਸੀਗਾ ਜਦੋਂ ਐਲਗਾਰ ਪ੍ਰੀਸ਼ਦ ਵਰਗੀਆਂ ਮੋਦੀ ਦੀਆਂ ਆਲੋਚਕ ਜਥੇਬੰਦੀਆਂ ਦੇ ਨਾਲ ਦੇਸ਼ ਵਿਰੋਧੀ ਦੇ ਨਾਲ ਇਹ ਸ਼ਬਦ ਜੋੜਿਆ ਗਿਆ ਸੀਗਾ ਤੇ ਕਈ ਬੁੱਧੀਜੀਵੀਆਂ ਤੇ ਮਨੁੱਖੀ ਅਧਿਕਾਰ ਜਿਹੜੇ ਕਾਰਕੁਨ ਆ ਉਹਨਾਂ ਨੂੰ ਪ੍ਰਧਾਨ ਮੰਤਰੀ ਨੂੰ ਕਤਲ ਕਰਨ ਦੀ ਸਾਜ਼ਿਸ਼ ਦੇ ਤਹਿਤ ਜੇਲ੍ਹਾਂ ਦੇ ਵਿੱਚ ਸੁੱਟ ਦਿੱਤਾ ਗਿਆ ਸੀਗਾ। 2018 ਦੇ ਵਿੱਚ ਆਪਾਂ ਪੰਜਾਬੀ ਰੇਡੀਓ USA ਦੇ ਉੱਤੇ ਉਹ ਰਿਪੋਰਟਾਂ ਵੀ ਕੀਤੀਆਂ ਬਕਾਇਦਾ ਤਥਾਤਮਕ ਤਰੀਕੇ ਦੇ ਨਾਲ, ਜਿਨ੍ਹਾਂ ਰਿਪੋਰਟਾਂ ਦੇ ਵਿੱਚ
ਇਹ ਜਿਹੜੇ ਜੋ ਕੁਛ ਮੋਦੀ ਸਰਕਾਰ ਨੇ ਕੀਤਾ, ਇੱਥੋਂ ਤੱਕ ਕਿ ਰੋਨਾ ਵਿਲਸਨ ਦਾ ਮਾਮਲਾ ਤੁਹਾਨੂੰ ਯਾਦ ਹੋਣਾ, ਉਹਦੇ ਵਿੱਚ ਉਹਦੇ ਲੈਪਟਾਪ ਦੇ ਵਿੱਚ ਫਾਈਲਾਂ ਤੱਕ ਇੰਜੈਕਟ ਕੀਤੀਆਂ ਗਈਆਂ। ਬਾਅਦ ਦੇ ਵਿੱਚ ਜਦੋਂ ਜਾਂਚ ਹੋਈ ਤਾਂ ਇਹ ਪਤਾ ਲੱਗਿਆ ਕਿ ਵਾਕਈ ਫਾਈਲਾਂ ਇੰਜੈਕਟ ਕੀਤੀਆਂ ਹੋਈਆਂ ਨੇ। ਉਸ ਤੋਂ ਵੀ ਬਾਅਦ ਵੀ ਇਹਨਾਂ ਲੋਕਾਂ ਨੂੰ ਨਹੀਂ ਛੱਡਿਆ ਗਿਆ। ਹਾਲੇ ਵੀ ਬਹੁਤ ਸਾਰੇ ਲੋਕ ਨੇ ਖੱਬੇ ਪੱਖੀ ਧਿਰਾਂ ਦੇ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਨੇ, ਤੇ ਦੋਸ਼ ਇਹਨਾਂ ਤੇ ਇਹ ਲੱਗਦਾ ਕਿ ਇਹਨਾਂ ਨੇ ਪ੍ਰਧਾਨ ਮੰਤਰੀ ਨੂੰ ਕਤਲ ਕਰਨ ਦੀ ਸਾਜ਼ਿਸ਼ ਰਚੀ ਹੈ, ਕਿਉਂਕਿ ਇੱਕ ਸੈਂਟੀਮੈਂਟ ਨਾ ਜਿਹੜਾ ਮੋਦੀ ਨੂੰ ਭਗਵਾਨ ਮੰਨਦਾ, ਉਹ ਫਿਰ ਆਟੋਮੈਟਿਕਲੀ ਇਹਨਾਂ ਨਾਲ ਹੇਟ ਕਰਦਾ। ਸੋ ਹੇਟ ਫੈਲਾਉਣ ਦਾ ਤਰੀਕਾ ਇੱਕ ਥੋੜਾ, ਬਹੁਤ ਸਾਰੇ ਤਰੀਕੇ ਨੇ। ਮੁੱਖ ਦੀ ਗੱਲ ਇਹ ਹੈ ਕਿ CRPF ਤੇ ਹੋਰ ਜਿੰਨੀਆਂ ਵੀ ਕੇਂਦਰੀ ਬਲ ਨੇ, ਇਹਨਾਂ ਦਾ ਕੰਮ ਦਹਿਸ਼ਤਗਰਦੀ ਜਾਂ ਫਸਾਦੀਆਂ ਨਾਲ ਨਜਿੱਠਣਾ ਹੈ। ਇਹਨਾਂ ਦਾ ਕੰਮ ਇਹ ਨਹੀਂ ਹੈ ਕਿ ਕੋਈ ਦੇਸ਼ ਦਾ ਨਾਗਰਿਕ ਸਰਕਾਰ ਦੇ ਵਿਰੁੱਧ ਕੋਈ ਗੱਲ ਕਰਦਾ, ਉਹਦੀ ਆਲੋਚਨਾ ਕਰਦਾ, ਵਿਸਲ ਬਲੋਰਿੰਗ ਕਰਦਾ ਜਾਂ ਕਿਸੇ ਸੰਘਰਸ਼ ਦੀ ਹਮਾਇਤ ਕਰਦਾ, ਉਹਨਾਂ ਨੂੰ ਲੱਭ ਕੇ ਲਿਆਉਣਾ ਤੇ ਫਿਰ ਉਹਨਾਂ ਨੂੰ ਨਿਸ਼ਾਨੇ ਤੇ ਲੈਣਾ। ਇਹ ਕੰਮ ਥੋੜ੍ਹਾ ਹੈ। ਜਿਵੇਂ ਹੁਣ ਆਪਾਂ ਏਜੰਸੀਆਂ ਦੀ ਗੱਲ ਕਰਦੇ ਹਾਂ, ਏਜੰਸੀਆਂ ਦੀ ਇਹ ਕੰਮ ਥੋੜ੍ਹਾ ਹੈ ਏਜੰਸੀਆਂ ਦਾ ਕਿ ਕਿਸੇ ਗਰੀਬ ਘਰ ਦਾ ਬੱਚਾ ਚੱਕ ਲਓ। ਪਤਾ ਉਹਨਾਂ ਨੇ ਉਹ ਕਿਹੜਾ ਹਾਈ ਕੋਰਟ ਚਲੇ ਜਾਣਗੇ ਕੱਲ ਨੂੰ, ਚੱਕ ਕੇ ਉਹ ਮਾੜੇ ਮੋਟੇ ਕ੍ਰਾਈਮ ਦੇ ਵਿੱਚ ਸ਼ਾਮਲ ਆ, ਉਹਨੂੰ ਚੱਕ ਕੇ ਉਹਦਾ ਐਨਕਾਊਂਟਰ ਕਰ ਦਿਓ। ਲੋਕ ਤਾਂ ਲਾਸ਼ ਲੈਣ ਦੇ ਲਈ ਤਰਸੀ ਜਾਂਦੇ ਆ, ਉਹਨਾਂ ਨੇ ਹੋਰ ਕਾਨੂੰਨੀ ਕਾਰਵਾਈ ਕੀ ਕਰਨੀ ਹੈ? ਨਾਲੇ ਪੁਲਿਸ ਦੇ ਵਿਰੁੱਧ ਜਾ ਕੇ ਮਾਤੜ ਬੰਦਾ ਕੀ ਕਰ ਲੂਗਾ? ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਵਾਪਰ ਰਹੀਆਂ ਨੇ। ਇਸ ਰਿਪੋਰਟ ਨੇ ਜਿਹਦੇ ਵਿੱਚ ਇਹਨਾਂ ਨੇ ਸਰਲੇਖ ਵੀ ਜਿਹਦਾ ਇਹੀ ਹੈ ਕਿ ਸ਼ਹਿਰੀ ਨਕਸਲੀਆਂ ਤੇ ਓਵਰਗਰਾਊਂਡ ਮਾਓਵਾਦੀ ਰਣਨੀਤੀਕਾਰਾਂ ਤੇ ਹਮਦਰਦਾਂ ਦੀ ਪਛਾਣ, ਇਹਦਾ ਸਰਲੇਖ ਹੈ ਇਹ, ਕਿ ਉਹਨਾਂ ਦੀ ਪਛਾਣ ਕਰਨਾ। ਪਰ ਇਹਦੀ ਆੜ ਦੇ ਵਿੱਚ ਸਰਕਾਰ ਇੱਕ ਜਿਹੜੀ ਜਥੇਬੰਦੀ ਜਿਹਦਾ ਕੰਮ ਹੈ ਜਾਂ ਜਿਹੜੀ ਫੋਰਸ ਦਾ ਕੰਮ ਹੈ ਕਿ ਦਹਿਸ਼ਤਗਰਦੀ ਜਾਂ ਫਸਾਦੀਆਂ ਨਾਲ ਨਜਿੱਠਣਾ ਜਾਂ ਬਾਹਰੀ ਖਤਰਿਆਂ ਤੋਂ ਮੁਲਕ ਨੂੰ ਬਚਾਉਣਾ, ਆਪਦੇ ਹੀ ਨਾਗਰਿਕਾਂ ਦੇ ਵਿਰੁੱਧ ਵਰਤ ਰਹੀ ਹੈ। ਤੇ ਉਹ ਸਰਕਾਰ ਆ ਜਿਹਦੇ ਵਿਰੁੱਧ ਇਹ ਦੋਸ਼ ਲੱਗਦਾ ਕਿ ਇਹਨੇ ਪੈਗਸਸ ਲਿਆ ਕੇ ਇਜ਼ਰਾਈਲੀ ਸਪਾਈਵੇਅਰ ਜਿਹੜਾ ਉਹ ਲੋਕਾਂ ਦੇ ਫੋਨਾਂ ਦੇ ਵਿੱਚ, ਵਿਰੋਧੀ ਧਿਰਾਂ ਦੇ, ਡਾਕਟਰਾਂ ਦੇ ਜਾਂ ਹੋਰ ਜੁਡੀਸ਼ਰੀ ਦੇ ਨਾਲ ਜੁੜੇ ਲੋਕਾਂ ਦੇ, ਏਜੰਸੀਆਂ ਦੇ ਨਾਲ ਜੁੜੇ ਲੋਕਾਂ ਦੇ, ਵਿਰੋਧੀ ਪਾਰਟੀਆਂ ਦੇ ਵਿੱਚ ਕੰਮ ਕਰਦੇ ਲੋਕਾਂ ਦੇ ਫੋਨਾਂ ਦੇ ਵਿੱਚ ਇੰਜੈਕਟ ਕੀਤਾ, ਤਾਂ ਜੋ ਇਹਨਾਂ ਦੀਆਂ ਸਰਗਰਮੀਆਂ ਸਾਨੂੰ ਪਤਾ ਲੱਗ ਸਕਣ। ਸੋ ਉਹ ਸਰਕਾਰ ਜਿਹੜੀ ਕਹਿੰਦੀ ਸਾਡੇ ਤੇ ਵਿਸ਼ਵਾਸ ਕਰੋ, ਪਰ ਉਹ ਆਪ ਉਸ ਮੁਲਕ ਦੇ ਲੋਕਾਂ ਤੇ ਵਿਸ਼ਵਾਸ ਨਹੀਂ ਕਰਦੀ। ਕੀ ਨਾਂ ਦਿਓਗੇ ਤੁਸੀਂ ਉਹਨਾਂ ਨੂੰ? ਖੈਰ, ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਐਸੇ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।